ਅੱਜ ਦਾ ਜੋ ਟੌਪਿਕ ਹੈ ਉਹ ਹੈ ਵਾਸਤਵਿਕ ਸੰਖਿਆਵਾਂ, ਜਿਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ, ਰੀਅਲ ਨੰਬਰ। ਅੱਜ ਦਾ ਜੋ ਟੌਪਿਕ ਹੈ ਰੀਅਲ ਨੰਬਰ ਤੇ ਹੈ, ਠੀਕ ਹੈ। ਆਪਣੇ ਮੈਥ ਦੇ ਸਿਲੇਬਸ ਦੇ ਵਿੱਚ ਇਹ ਦੂਸਰਾ ਟੌਪਿਕ ਹੈ। ਪਹਿਲਾ ਟੌਪਿਕ ਹੈ ਸੰਖਿਆ ਪ੍ਰਣਾਲੀ, ਦੂਸਰਾ ਟੌਪਿਕ ਹੈ ਵਾਸਤਵਿਕ ਸੰਖਿਆਵਾਂ, ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਰੀਅਲ ਨੰਬਰ, ਠੀਕ ਹੈ। ਅੱਜ ਆਪਾਂ ਰੀਅਲ ਨੰਬਰ ਦੇ ਉੱਪਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਰੀਅਲ ਨੰਬਰ ਹੁੰਦੇ ਕੀ ਆ। ਰੀਅਲ ਨੰਬਰ ਉਹ ਸੰਖਿਆਵਾਂ ਨੇ ਜਿਨ੍ਹਾਂ ਦਾ ਪ੍ਰਯੋਗ ਜਾਂ ਜਿਨ੍ਹਾਂ ਦੀ ਵਰਤੋਂ ਆਪਾਂ ਕੀ ਕਰਦੇ ਹਾਂ, ਗਿਣਨ ਲਈ ਕਰਦੇ ਹਾਂ, ਠੀਕ ਹੈ। ਆਮ ਗਣਨਾ ਦੇ ਵਿੱਚ ਕੀ ਹੈ, ਇਹਨਾਂ ਦਾ ਪ੍ਰਯੋਗ ਹੁੰਦਾ ਹੈ। ਫੋਰ ਐਗਜ਼ਾਮਪਲ ਕਿਹੜੇ ਕਿਹੜੇ ਰੀਅਲ ਨੰਬਰ ਨੇ? 0, 1, ਠੀਕ ਹੈ, 2/3 ਔਰ 3/4 ਦਾ ਸਕੁਅਰ ਰੂਟ। ਇਸ ਤਰ੍ਹਾਂ ਦੇ ਜੋ ਵੀ ਨੰਬਰ ਨੇ ਉਹ ਕੀ ਕਹਿਲਾਉਣਗੇ, ਰੀਅਲ ਨੰਬਰ ਕਹਿਲਾਉਣਗੇ, ਠੀਕ ਹੈ। ਉਹ ਕੀ ਕਹਿਲਾਉਣਗੇ, ਰੀਅਲ ਨੰਬਰ ਕਹਿਲਾਉਣਗੇ। ਜੇਕਰ ਕਿਸੇ ਵੀ ਸੰਖਿਆ ਦਾ ਵਰਗ ਇੱਕ ਨੈਗੇਟਿਵ ਨੰਬਰ ਹੋਏਗਾ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਰਿਣਾਤਮਕ ਸੰਖਿਆ ਹੋਏਗੀ, ਤਾਂ ਇਹੋ ਜਿਹੀਆਂ ਸੰਖਿਆ ਨੂੰ ਅਵਾਸਤਵਿਕ ਸੰਖਿਆਵਾਂ ਕਹਾਂਗੇ, ਠੀਕ ਹੈ। ਅਨਰੀਅਲ ਨੰਬਰ ਕਹਿ ਦਾਂਗੇ ਉਹਨਾਂ ਨੂੰ। ਫੋਰ ਐਗਜ਼ਾਮਪਲ ਕਿਹੜੇ ਅਨਰੀਅਲ ਨੰਬਰ ਜਾਂ ਅਵਾਸਤਵਿਕ ਸੰਖਿਆਵਾਂ ਹੋਣਗੀਆਂ? ਜਿਵੇਂ -1 ਦਾ ਸਕੁਅਰ ਹੋਏਗਾ ਜਾਂ -4 ਦਾ ਸਕੁਅਰ ਹੋਏਗਾ। ਇਹ ਕੀ ਹੈ, ਰੀਅਲ ਨੰਬਰ ਨਹੀਂ ਹੈ, ਇਹ ਅਵਾਸਤਵਿਕ ਸੰਖਿਆਵਾਂ ਨੇ। ਕੀ ਨੇ? ਅਵਾਸਤਵਿਕ। ਇਹ ਆਪਣੇ ਸਿਲੇਬਸ ਦਾ ਪਾਰਟ ਨਹੀਂ ਹੈ। ਇਹਨਾਂ ਨੂੰ ਆਈ ਦੇ ਨਾਲ ਜਾਂ ਆਇਓਟਾ ਦੇ ਨਾਲ ਕੀ ਹੈ, ਡਿਫਾਈਨ ਕੀਤਾ ਜਾਂਦਾ ਹੈ। ਕਿਹਦੇ ਨਾਲ ਡਿਫਾਈਨ ਕੀਤਾ ਜਾਂਦਾ ਹੈ? ਆਇਓਟਾ ਦੇ ਨਾਲ, ਠੀਕ ਹੈ। ਇਹ ਜੋ ਹੈ ਹਾਈ ਲੈਵਲ ਜਦੋਂ +1 ਔਰ 2 ਦਾ ਮੈਥ ਕਰਦੇ ਆ ਨਾ, ਉਹਦੇ ਵਿੱਚ ਇਹ ਜੋ ਟਰਮ ਆਉਂਦੀਆਂ ਉਹਦੇ ਵਿੱਚ ਆਉਂਦੀਆਂ, ਲੇਕਿਨ ਆਪਣੇ ਪੇਪਰ ਦੇ ਵਿੱਚ ਕੀ ਹੈ, ਰੀਅਲ ਨੰਬਰ ਹੈ। ਸੋ ਇਹ ਦੱਸਦਾ ਕਿ ਪੇਪਰ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੀ ਆਪਸ਼ਨ ਪੁੱਛ ਲਈ ਜਾਂਦੀ ਹੈ ਕਿ ਇਹਨਾਂ ਵਿੱਚੋਂ ਦੱਸੋ ਕਿਹੜਾ ਰੀਅਲ ਨੰਬਰ ਨਹੀਂ ਹੈ। ਸੋ ਜਿਹੜੇ ਵੀ ਸਕੁਅਰ ਰੂਟ ਦੇ ਉੱਪਰ ਮਾਈਨਸ ਲੱਗਿਆ ਹੋਏਗਾ ਉਹ ਕੀ ਹੈ, ਰੀਅਲ ਨੰਬਰ ਨਹੀਂ ਗੇ, ਠੀਕ ਹੈ। ਉਹ ਕੀ ਹੈ, ਅਵਾਸਤਵਿਕ ਨੰਬਰ ਹੋਣਗੇ। ਓਕੇ, ਸੋ ਇੱਕ ਚੀਜ਼ ਹੋਰ ਨੋਟ ਕਰ ਲਓ, ਜਿਵੇਂ 3 + -4 ਦਾ ਸਕੁਅਰ ਰੂਟ। ਇਹ ਕੀ ਹੈ? ਇਹ ਇੱਕ ਸੰਮਿਸ਼ਰਿਤ ਸੰਖਿਆ ਹੈ, ਜਿਹਦੇ ਵਿੱਚ ਕੀ ਹੈ, ਰੀਅਲ ਨੰਬਰ ਮਤਲਬ ਵਾਸਤਵਿਕ ਸੰਖਿਆ ਅਤੇ ਅਵਾਸਤਵਿਕ ਸੰਖਿਆ ਮਿਲ ਕੇ ਕੀ ਹੈ, ਇੱਕ ਸੰਖਿਆ ਬਣਾ ਰਹੀਆਂ ਨੇ। ਆ ਕੀ ਹੈ, ਅਵਾਸਤਵਿਕ ਸੰਖਿਆ, ਠੀਕ ਹੈ। -4 ਕੀ ਹੈ, ਅਵਾਸਤਵਿਕ ਸੰਖਿਆ, ਔਰ 3 ਕੀ ਹੈ, ਇੱਕ ਰੀਅਲ ਨੰਬਰ ਹੈ। ਸੋ ਦੋਨੇ ਚੀਜ਼ਾਂ ਮਿਲ ਕੇ ਕੀ ਬਣਾ ਰਹੀਆਂ ਨੇ, ਇੱਕ ਸੰਮਿਸ਼ਰਿਤ ਸੰਖਿਆ ਬਣਾ ਰਹੀਆਂ ਨੇ, ਠੀਕ ਹੈ। ਸੋ ਵਾਸਤਵਿਕ ਸੰਖਿਆਵਾਂ ਨੂੰ ਆਪਾਂ ਕੀ ਹੈ, ਇੱਕ ਲਾਈਨ ਦੇ ਉੱਪਰ ਵੀ ਸ਼ੋਅ ਕਰਕੇ ਦਿਖਾ ਸਕਦੇ ਹਾਂ। ਮਤਲਬ ਜਿਸ ਨੂੰ ਕਹਿੰਦੇ ਆ ਆਪਾਂ ਨੰਬਰ ਲਾਈਨ। ਨੰਬਰ ਲਾਈਨ ਦੇ ਉੱਪਰ ਕੀ ਹੈ, ਰੀਅਲ ਨੰਬਰ ਨੂੰ ਸ਼ੋਅ ਕੀਤਾ ਜਾ ਸਕਦਾ। ਅਗਰ ਕਸਥਨ ਵਿੱਚ ਪੁੱਛ ਲਿਆ ਜਾਏ ਕਿ ਨੰਬਰ ਲਾਈਨ ਨੂੰ ਲਾਈਨ ਦੇ ਉੱਪਰ ਸ਼ੋਅ ਕੀਤਾ ਜਾ ਸਕਦਾ ਹੈ, ਤਾਂ ਹਾਂ ਕੀਤਾ ਜਾ ਸਕਦਾ ਹੈ। ਸੰਖਿਆ ਰੇਖਾ ਦੇ ਉੱਪਰ ਕੀ ਹੈ, ਜੋ 0 ਹੈ ਉਹਦੇ ਸੱਜੇ ਪਾਸੇ ਜੋ ਵੀ ਸੰਖਿਆਵਾਂ ਦਿਖਾਈਆਂ ਜਾਣਗੀਆਂ ਉਹ ਕੀ ਹੋਣਗੀਆਂ, ਪੋਜ਼ਿਟਿਵ ਸੰਖਿਆਵਾਂ ਹੋਣਗੀਆਂ। ਮਤਲਬ ਜੋ ਵੀ ਰਾਈਟ ਹੈਂਡ ਸਾਈਡ ਤੇ ਹੋਣਗੀਆਂ ਸੰਖਿਆਵਾਂ ਉਹ ਕੀ ਹੋਣਗੀਆਂ, ਪੋਜ਼ਿਟਿਵ ਨੰਬਰ ਹੋਣਗੇ। ਔਰ ਜੋ ਲੈਫਟ ਹੈਂਡ ਸਾਈਡ ਤੇ ਹੋਣਗੇ ਉਹ ਕੀ ਹੋਣਗੇ, ਨੈਗੇਟਿਵ ਨੰਬਰ, ਠੀਕ ਹੈ। ਜੋ 0 ਦੇ ਲੈਫਟ ਹੈਂਡ ਸਾਈਡ ਹੋਣਗੇ ਉਹ ਨੈਗੇਟਿਵ ਨੰਬਰ ਹੋਣਗੇ, ਔਰ ਜੋ ਰਾਈਟ ਹੈਂਡ ਸਾਈਡ ਹੋਣਗੇ ਉਹ ਕੀ ਹੋਣਗੇ, ਪੋਜ਼ਿਟਿਵ ਨੰਬਰ, ਠੀਕ ਹੈ। ਸੋ ਸੰਖਿਆ ਰੇਖਾ ਦੇ ਉੱਪਰ ਕੀ ਹੈ, ਨੰਬਰ ਲਾਈਨ ਦੇ ਉੱਪਰ ਕੀ ਹੈ, ਆਪਾਂ ਰੀਅਲ ਨੰਬਰ ਦਿਖਾ ਸਕਦੇ ਹਾਂ, ਠੀਕ ਹੈ। ਰੀਅਲ ਨੰਬਰ ਕੀ ਹੈ, ਆਪਾਂ ਦਿਖਾ ਸਕਦੇ ਹਾਂ। ਓਕੇ, ਸੋ ਹੁਣ ਗੱਲ ਕਰਦੇ ਹਾਂ ਵਾਸਤਵਿਕ ਸੰਖਿਆਵਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ। ਰੀਅਲ ਨੰਬਰ ਕਿੰਨੇ ਟਾਈਪ ਦੇ ਹੁੰਦੇ ਆ? ਰੀਅਲ ਨੰਬਰ 2 ਟਾਈਪ ਦੇ ਹੁੰਦੇ ਆ। ਪਹਿਲਾ ਹੈ ਪਰਿਮੇਯ ਔਰ ਦੂਸਰਾ ਹੈ अपरिमेय। ਇਹਨੂੰ ਕਹਿੰਦੇ ਆ ਰੈਸ਼ਨਲ ਨੰਬਰ, ਇਹਨੂੰ ਕਹਿੰਦੇ ਆ ਇਰਰੈਸ਼ਨਲ ਨੰਬਰ, ਠੀਕ ਹੈ। ਪਰਿਮੇਯ ਸੰਖਿਆਵਾਂ ਮਤਲਬ ਰੈਸ਼ਨਲ ਨੰਬਰ ਔਰ अपरिमेय ਸੰਖਿਆਵਾਂ ਮਤਲਬ ਇਰਰੈਸ਼ਨਲ ਨੰਬਰ। ਜਿਹੜੀਆਂ ਪਰਿਮੇਯ ਸੰਖਿਆਵਾਂ ਨੇ ਇਹਨਾਂ ਨੂੰ ਆਪਾਂ ਕਿਵੇਂ ਲਿਖਦੇ ਹਾਂ, P/Q ਦੇ ਵਿੱਚ, ਠੀਕ ਹੈ। ਜਿੱਥੇ Q ਕੀ ਹੈ, 0 ਦੇ ਇਕੁਅਲ ਨਹੀਂ ਹੈ। ਇਹ ਪਰਿਮੇਯ ਸੰਖਿਆਵਾਂ ਨੂੰ ਅੰਕਿਤ ਕਰਨ ਲਈ ਕੀਤਾ ਜਾਂਦਾ ਹੈ, ਠੀਕ ਹੈ। ਸਧਾਰਨ ਤੌਰ ਤੇ ਫੋਰ ਐਗਜ਼ਾਮਪਲ ਜਿਨ੍ਹਾਂ ਦਾ ਸਕੁਅਰ ਰੂਟ ਕੀ ਹੈ, ਜਿਵੇਂ 2 ਹੈ,
2 ਦਾ ਸਕੁਏਅਰ ਰੂਟ, 3 ਦਾ ਸਕੁਏਅਰ ਰੂਟ, 7 ਦਾ ਸਕੁਏਅਰ ਰੂਟ। ਇਹ ਸੰਖਿਆਵਾਂ ਕੀ ਨੇ? ਅਪਰਿਮੇय ਸੰਖਿਆਵਾਂ ਨੇ, ਇਰੈਸ਼ਨਲ ਨੰਬਰ ਨੇ, ਕਿਉਂਕਿ ਇਹਨਾਂ ਦਾ ਸਕੁਏਅਰ ਰੂਟ ਕੀ ਹੈ? ਨਹੀਂ ਕੱਢਿਆ ਜਾ ਸਕਦਾ। ਫੋਰ ਐਗਜ਼ਾਮਪਲ 4 ਦਾ ਸਕੁਏਅਰ ਰੂਟ ਹੋਏਗਾ ਤਾਂ ਇਹਦਾ ਕੀ ਹੋਏਗਾ? 2 ਆ ਜਾਏਗਾ। ਠੀਕ ਹੈ, ਇਹ ਕੀ ਹੈ? ਇੱਕ ਪਰਿਮੇय ਸੰਖਿਆ। ਲੇਕਿਨ ਜਿਨ੍ਹਾਂ ਸਕੁਏਅਰ ਰੂਟ ਸਹੀ ਨਹੀਂ ਕੱਢਿਆ ਜਾ ਸਕਦਾ ਉਹ ਕੀ ਸੰਖਿਆਵਾਂ ਕਹਾਉਂਦੀਆਂ ਨੇ? ਅਪਰਿਮੇय ਸੰਖਿਆਵਾਂ ਕਹਾਉਂਦੀਆਂ ਨੇ। ਓਕੇ, ਫੋਰ ਐਗਜ਼ਾਮਪਲ ਅਗਰ ਮੈਂ ਪੁੱਛ ਲਾਂ 7/63 ਇਹ ਕਿਹੜੀ ਸੰਖਿਆ? ਤਾਂ ਇਹ ਸੰਖਿਆ ਕਿਹੜੀ ਹੈ? ਪਰਿਮੇय ਸੰਖਿਆ। ਕਿਹੜੀ ਸੰਖਿਆ? ਪਰਿਮੇय ਸੰਖਿਆ। ਓਕੇ, ਜਦੋਂ ਇਹਨੂੰ ਕੱਟੋਗੇ ਤਾਂ ਕੀ ਆ ਜਾਏਗਾ? 1/9 ਦਾ ਸਕੁਏਅਰ। ਠੀਕ ਹੈ, ਜਦੋਂ ਇਹਨੂੰ ਕੱਟਣ ਤੇ 1/9 ਆ ਜਾਏਗਾ, ਔਰ 1/9 ਦਾ ਸਕੁਏਅਰ ਰੂਟ ਕੀ ਆ ਜਾਏਗਾ? ਸਕੁਏਅਰ ਰੂਟ ਜਦੋਂ ਹਟਾਵਾਂਗੇ ਤਾਂ 1/3 ਆ ਜਾਏਗਾ। ਇਹ ਕੀ ਹੈ? ਇੱਕ ਰੈਸ਼ਨਲ ਨੰਬਰ ਹੈ। ਠੀਕ ਹੈ, ਇਹ ਕੀ ਹੈ? ਇੱਕ ਰੈਸ਼ਨਲ ਨੰਬਰ ਹੈ। ਇਸ ਤੋਂ ਇਲਾਵਾ ਪੁਆਇੰਟ ਵਾਲੇ ਅੰਕ ਜਿਵੇਂ 2.3 ਲਿਖਿਆ, ਇਹ ਵੀ ਰੈਸ਼ਨਲ ਨੰਬਰ ਹੈ। ਠੀਕ ਹੈ, -3 ਨੈਗੇਟਿਵ ਨੰਬਰ ਜਿਨ੍ਹਾਂ ਨੂੰ ਇੰਟੀਜਰ ਕਹਿੰਦੇ ਆ, ਨੈਗੇਟਿਵ ਨੰਬਰ ਕਹਿ ਲਈਏ, ਨੈਗੇਟਿਵ ਨੰਬਰ ਹੀ ਹੈ -3। ਇਹ ਵੀ ਕੀ ਹੈ? ਇੱਕ ਰੈਸ਼ਨਲ ਨੰਬਰ ਹੈ। ਠੀਕ ਹੈ, ਸੋ ਪਰਿਮੇय ਸੰਖਿਆਵਾਂ ਦੇ ਵਿੱਚ ਕੀ ਹੈ? ਇੰਟੀਜਰ ਵੀ ਆ ਜਾਂਦੇ ਆ। ਠੀਕ ਹੈ, ਮਤਲਬ ਸੰਪੂਰਨ ਸੰਖਿਆਵਾਂ ਵੀ ਆ ਜਾਂਦੀ ਹੈ। ਓਕੇ, ਇਸ ਤੋਂ ਇਲਾਵਾ ਬਾਕੀ ਨੰਬਰ ਦੇਖ ਲਈਏ। ਨੈਚੁਰਲ ਨੰਬਰ ਕੀ ਹੁੰਦੇ ਆ? 1 ਤੋਂ ਲੈ ਕੇ ਇਨਫਿਨਿਟੀ ਤੱਕ ਜੋ ਚੱਲਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਨੈਚੁਰਲ ਨੰਬਰ। ਮਤਲਬ ਕੁਦਰਤੀ ਸੰਖਿਆਵਾਂ ਜਾਂ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਆ। ਠੀਕ ਹੈ, ਇਹਦੇ ਵਿੱਚ ਜੇਕਰ 0 ਸ਼ਾਮਿਲ ਕੀਤੀ ਜਾਵੇ, 0 ਤੋਂ ਲੈ ਕੇ ਇਨਫਿਨਿਟੀ ਤੱਕ, ਤਾਂ ਉਹ ਨੰਬਰ ਕੀ ਹੋ ਜਾਣਗੇ? ਪੂਰਨ ਸੰਖਿਆਵਾਂ। ਕੀ ਹੋ ਜਾਣਗੇ? ਪੂਰਨ ਸੰਖਿਆਵਾਂ, ਜਿਨ੍ਹਾਂ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ? ਹੋਲ ਨੰਬਰ। ਠੀਕ ਹੈ, ਹੋਲ ਨੰਬਰ ਹੋ ਜਾਣਗੇ। ਓਕੇ, ਪਰਿਮੇय ਸੰਖਿਆਵਾਂ ਦੇ ਵਿੱਚ ਕੀ ਹੋ ਜਾਂਦਾ? ਬਟੇ ਵਾਲੀਆਂ ਸੰਖਿਆਵਾਂ। 7/12 ਹੋ ਗਿਆ, 13/11 ਹੋ ਗਿਆ, ਇਹ ਜੁੜਨ ਤੇ ਕੀ ਹੈ? ਪਰਿਮੇय ਸੰਖਿਆਵਾਂ ਬਣ ਜਾਂਦੀਆਂ ਨੇ। ਓਕੇ, ਸੋ ਕੁਝ ਫੈਕਟ ਆ ਇਹਦੇ ਵਿੱਚ। ਜਿੰਨੇ ਵੀ ਨੈਚੁਰਲ ਨੰਬਰ ਨੇ ਉਹ ਸਾਰੇ ਕੀ ਆ? 1 ਨਾਲ ਡਿਵਾਈਡ ਹੁੰਦੇ ਆ। ਜਿੰਨੇ ਵੀ ਨੈਚੁਰਲ ਨੰਬਰ ਨੇ ਉਹ ਸਾਰੇ ਕੀ ਆ? 1 ਨਾਲ ਡਿਵਾਈਡ ਹੁੰਦੇ ਆ। ਪ੍ਰਾਈਮ ਨੰਬਰ ਤਾਂ ਸਭ ਨੂੰ ਪਤਾ ਹੋਣਗੇ ਨਾ, ਕਿਹੜੇ ਕਿਹੜੇ ਆ? 2 3 5 7 11 13 17, ਇਹ ਕੀ ਨੇ? ਪ੍ਰਾਈਮ ਨੰਬਰ ਨੇ। ਠੀਕ ਹੈ, ਉਹ ਸੰਖਿਆਵਾਂ ਜਿਹੜੀਆਂ 1 ਅਤੇ ਖੁਦ ਨਾਲ, ਜਿਹੜੀਆਂ 1 ਅਤੇ ਖੁਦ ਨਾਲ, ਖੁਦ ਮਤਲਬ 2, 1 ਤੇ 2 ਨਾਲ ਕੀ ਹੈ? ਭਾਗ ਹੋਏ। ਫੋਰ ਐਗਜ਼ਾਮਪਲ 17 ਹੈ, ਜਿਵੇਂ 17 ਇੱਕ ਤਾਂ 1 ਨਾਲ ਡਿਵਾਈਡ ਹੋਏਗਾ ਔਰ ਇੱਕ ਖੁਦ 17 ਨਾਲ ਹੋਏਗਾ। ਸੋ ਇਹ ਕੀ ਹੈ? ਇੱਕ ਪ੍ਰਾਈਮ ਨੰਬਰ ਹੈ। ਠੀਕ ਹੈ, ਇਹ ਕੀ ਹੈ? ਇੱਕ ਪ੍ਰਾਈਮ ਨੰਬਰ ਹੈ, ਜਿਨ੍ਹਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਆ। ਅਭਾਜ ਸੰਖਿਆਵਾਂ। ਠੀਕ ਹੈ, ਇਹ ਕੀ ਨੇ? ਅਭਾਜ ਸੰਖਿਆਵਾਂ ਨੇ। ਸੋ ਇੱਕ ਉਚਿਤ ਭਿੰਨ ਬਾਰੇ ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਹੁਣ ਆਪਾਂ ਜੋ ਹੈ ਰੀਅਲ ਨੰਬਰ ਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਜੋ ਕਲਾਸ 10th ਦਾ ਮੈਥ ਹੈ ਉਹਦੇ ਅਕੋਰਡਿੰਗ ਜੋ ਵੀ ਲਿਖਿਆ ਹੋਇਆ ਉਹ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਰੀਅਲ ਨੰਬਰ ਹੈ ਕੀ? ਹੁਣ ਆਪਾਂ ਪਹਿਲਾਂ ਬੇਸਿਕ ਡਿਟੇਲ ਦੇਖ ਲਈ ਕਿ ਰੀਅਲ ਨੰਬਰ ਦੇ ਵਿੱਚ ਕਿਹੜੇ ਕਿਹੜੇ ਨੰਬਰ ਆਉਂਦੇ ਆ। ਹੁਣ ਆਪਾਂ ਥੋੜੀਆਂ ਜਿਹੀਆਂ ਰੀਅਲ ਨੰਬਰ ਨੂੰ ਲੈ ਕੇ ਜੋ ਵੀ 10th ਕਲਾਸ ਦੇ ਮੈਥ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੂੰ ਦੇਖਦੇ ਹਾਂ। ਕੀ ਹੈ ਕਿ ਧਨਾਤਮਕ ਸੰਪੂਰਨ, ਮਤਲਬ ਇੰਟੀਜਰ ਜੋ ਹੁੰਦੀਆਂ ਸੰਖਿਆਵਾਂ ਦੇ ਦੋ ਬਹੁਤ ਮਹੱਤਵਪੂਰਨ ਗੁਣ ਨੇ। ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਹੈ ਯੂਕਲਿਡ ਵੰਡ ਐਲਗੋਰਿਥਮ। ਯੂਕਲਿਡ ਵੰਡ ਐਲਗੋਰਿਥਮ। ਠੀਕ ਹੈ, ਇਹਨੂੰ ਕਲਨ ਵਿਧੀ ਵੀ ਕਹਿੰਦੇ ਆ, ਕਲਨ ਵਿਧੀ ਵੀ ਕਹਿੰਦੇ ਆ, ਔਰ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਆ ਯੂਕਲਿਡ ਡਿਵੀਜ਼ਨ ਐਲਗੋਰਿਥਮ। ਠੀਕ ਹੈ, ਔਰ ਦੂਸਰਾ ਗੁਣ ਕਿਹੜਾ ਹੈ? ਅੰਕ ਗਣਿਤਕ ਦੀ ਮੂਲਭੂਤ ਪਰਮੇਜ। ਅੰਕ ਗਣਿਤਕ ਦੀ ਮੂਲਭੂਤ ਪਰਿਮੇय ਜਾਂ ਥਿਊਰਮ ਕਹਿ ਲਈਏ। ਠੀਕ ਹੈ, ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਫੰਡਾਮੈਂਟਲ ਥਿਊਰਮ ਅਰਥਮੈਟਿਕ। ਠੀਕ ਹੈ, ਫੰਡਾਮੈਂਟਲ ਥਿਊਰਮ ਆਫ ਅਰਥਮੈਟਿਕ ਕਹਿੰਦੇ ਆ। ਠੀਕ ਹੈ, ਜੋ ਯੂਕਲਿਡ ਵੰਡ ਐਲਗੋਰਿਥਮ ਹੈ ਇਹ ਕੀ ਹੈ? ਸੰਪੂਰਨ ਸੰਖਿਆਵਾਂ ਮਤਲਬ ਇੰਟੀਜਰ
ਦੀ ਵੰਡ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਕੀ ਹੈ ਸੰਬੰਧਿਤ ਹੈ। ਜੋ ਫਰਸਟ ਹੈ ਯੂਕਲਿਡ ਵੰਡ ਐਲਗੋਰਿਥਮ, ਯੂਕਲਿਡ ਡਿਵੀਜ਼ਨ ਐਲਗੋਰਿਥਮ, ਇਹ ਕੀ ਹੈ ਜੋ ਇੰਟੀਜ਼ਰ ਨੇ ਉਹਨਾਂ ਦੀ ਵੰਡ ਜਦੋਂ ਹੁੰਦੀ ਹੈ ਮਤਲਬ ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀ ਹੈ ਸੰਬੰਧਿਤ ਨੇ। ਜੇਕਰ ਨਾਰਮਲ ਲੈਂਗੁਏਜ ਦੇ ਵਿੱਚ ਕਿਹਾ ਜਾਵੇ ਤਾਂ ਐਲਗੋਰਿਥਮ ਦੇ ਅਨੁਸਾਰ ਕੀ ਹੈ ਕਿ ਕੋਈ ਵੀ ਇੱਕ ਧਨਾਤਮਕ ਸੰਪੂਰਨ ਨੰਬਰ ਮਤਲਬ ਕੋਈ ਵੀ ਇੱਕ ਪੋਜ਼ਿਟਿਵ ਇੰਟੀਜਰ ਜੋ ਹੈ ਉਹ ਸੰਖਿਆ ਕਿਸੇ ਦੂਸਰੀ ਧਨਾਤਮਕ ਸੰਪੂਰਨ ਸੰਖਿਆ ਨਾਲ ਉਸੇ ਤਰ੍ਹਾਂ ਵੰਡਿਆ ਜਾਂਦਾ ਹੈ ਤੇ ਬਾਕੀ ਕੀ ਪ੍ਰਾਪਤ ਹੁੰਦਾ ਹੈ, ਰਿਮਾਈਂਡਰ ਕੀ ਹੁੰਦਾ ਹੈ, ਆਰ ਮਿਲਦਾ ਹੈ ਜੋ b ਤੋਂ ਛੋਟਾ ਹੁੰਦਾ ਹੈ। ਮੰਨ ਲਓ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਕਰਾਂਗੇ ਅੱਗੇ ਜਾ ਕੇ। ਇਸ ਤੋਂ ਪਹਿਲਾਂ ਇਹ ਦੇਖ ਲਈਏ ਕਿ ਅੰਕ ਗਣਿਤਕ ਦੀ ਮੂਲਭੂਤ ਇਕਾਈ ਕੀ ਹੁੰਦੀ ਹੈ। ਅੰਕ ਗਣਿਤਕ ਦੀ ਮੂਲਭੂਤ ਜੋ ਪਰਮੇਜ ਦਾ ਸੰਬੰਧ ਹੁੰਦਾ ਹੈ ਉਹ ਵੀ ਪੋਜ਼ਿਟਿਵ ਇੰਟੀਜਰ ਨਾਲ ਹੀ ਹੁੰਦਾ ਹੈ। ਉਹ ਵੀ ਕਿਹਦੇ ਨਾਲ ਹੁੰਦਾ ਹੈ, ਪੋਜ਼ਿਟਿਵ ਇੰਟੀਜਰ ਦੇ ਨਾਲ ਹੁੰਦਾ ਹੈ, ਲੇਕਿਨ ਪੋਜ਼ਿਟਿਵ ਇੰਟੀਜਰ ਦੀ ਗੁਣਾ ਨਾਲ ਹੁੰਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਯੂਕਲਿਡ ਦੇ ਵਿੱਚ ਡਿਵਾਈਡ ਨਾਲ ਹੁੰਦਾ ਹੈ, ਮਤਲਬ ਭਾਗ ਨਾਲ ਹੁੰਦਾ ਹੈ। ਅੰਕ ਗਣਿਤਕ ਦੀ ਮੂਲਭੂਤ ਜੋ ਪਰਿਮੇਜ ਆ ਉਹਦੇ ਵਿੱਚ ਕੀ ਹੁੰਦਾ ਹੈ, ਗੁਣਾ ਨਾਲ ਹੁੰਦਾ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਹਰ ਇੱਕ ਭਾਜ ਸੰਖਿਆ ਮਤਲਬ ਕੰਪੋਜ਼ਿਟ ਨੰਬਰ ਜੋ ਹੁੰਦਾ ਹੈ ਨੂੰ ਅਭਾਜ ਸੰਖਿਆਵਾਂ ਮਤਲਬ ਪ੍ਰਾਈਮ ਨੰਬਰ ਜੋ ਹੁੰਦੇ ਨੇ ਉਹਨਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਰਿਪੀਟ ਕਰ ਰਹੇ ਹਾਂ, ਜੋ ਅੰਕ ਗਣਿਤਕ ਦੀ ਮੂਲਭੂਤ ਪਰਿਮੇਜ ਹੈ ਉਹਦੇ ਵਿੱਚ ਕੀ ਕਰਦੇ ਹਾਂ, ਧਨਾਤਮਕ ਜੋ ਇੰਟੀਜਰ ਹੈ ਉਹਦੀ ਗੁਣਾ ਦੇਖਦੇ ਹਾਂ। ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਭਾਜ ਸੰਖਿਆ ਹੁੰਦੀ ਹੈ ਮਤਲਬ ਇੱਕ ਕੰਪੋਜ਼ਿਟ ਨੰਬਰ ਹੁੰਦਾ ਹੈ ਔਰ ਦੂਸਰੀ ਹੁੰਦੀ ਹੈ ਅਭਾਜ ਸੰਖਿਆ ਜਿਹਨੂੰ ਪ੍ਰਾਈਮ ਨੰਬਰ ਕਹਿੰਦੇ ਆ। ਦੋਵਾਂ ਦੀ ਕੀ ਕੀਤੀ ਜਾਂਦੀ ਹੈ, ਗੁਣਾ ਕੀਤੀ ਜਾਂਦੀ ਹੈ ਔਰ ਉਹ ਫਾਰਮੂਲਾ ਲੱਗਦਾ ਹੈ ਅੰਕ ਗਣਿਤਕ ਦੀ ਮੂਲਭੂਤ ਪਰਿਮੇਜ ਥਿਊਰਮ ਦੇ ਵਿੱਚ। ਠੀਕ ਹੈ, ਅੰਕ ਗਣਿਤਕ ਮੂਲ ਦੀ ਜੋ ਇਹ ਥਿਊਰਮ ਹੈ ਇਹਦੀਆਂ ਦੋ ਵਿਸ਼ੇਸ਼ਤਾਵਾਂ ਨੇ। ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਦੇਖ ਲੈਂਦੇ ਆ। ਪਹਿਲੀ ਹੈ ਕਿ ਕੁਝ ਸੰਖਿਆਵਾਂ ਜਿਸ ਵਿੱਚ ਕੀ ਹੈ √2 ਹੈ, √3 ਹੈ ਅਤੇ √5 ਹੈ। ਇਹ ਕੀ ਹੈ, ਇਹਨਾਂ ਦੀ ਪਰਿਮੇਜਤਾ ਸਿੱਧ ਕਰਨ ਲਈ ਕਿਹਾ ਜਾ ਸਕਦਾ ਹੈ। ਕੁਐਸਚਨ ਦੇ ਵਿੱਚ ਕੀ ਹੈ ਕਿ ਇਹਨਾਂ ਦੀ ਪਰਿਮੇਜਤਾ ਸਿੱਧ ਕਰੋ, ਉਹ ਕਿਵੇਂ ਸਿੱਧ ਕਰਾਂਗੇ ਅੱਗੇ ਦੇਖਾਂਗੇ। ਦੂਸਰੀ ਵਿਸ਼ੇਸ਼ਤਾ ਕੀ ਹੈ ਇਹਦੀ, ਇਸ ਦਾ ਪ੍ਰਯੋਗ ਇਹ ਲੱਭਣ ਲਈ ਕੀਤਾ ਜਾਂਦਾ ਹੈ ਕਿ ਕੋਈ ਵੀ ਪਰਿਮੇਜ ਸੰਖਿਆ ਮਤਲਬ ਕੋਈ ਵੀ ਰੈਸ਼ਨਲ ਨੰਬਰ ਜਿਵੇਂ 2/3 ਜਿਹਦੇ ਵਿੱਚ 3 ਕੀ ਹੈ 0 ਦੇ ਇਕੁਅਲ ਨਹੀਂ ਹੈ। ਠੀਕ ਹੈ, ਇਹਦੇ ਵਿੱਚ ਕੀ ਹੈ, ਇਹਨੂੰ ਆਪਾਂ ਦੇਖਦੇ ਹਾਂ ਕਿ ਦਸ਼ਮਲਵ ਤੱਕ ਵਿਸਤਾਰ ਕਦੋਂ ਤੱਕ ਸ਼ਾਂਤ ਹੁੰਦਾ ਹੈ ਔਰ ਕਦੋਂ ਤੱਕ ਅਸ਼ਾਂਤ ਹੁੰਦਾ ਹੈ। ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਸ ਟਰਮ ਦਾ ਦੱਸੋ ਕਿ ਸ਼ਾਂਤ ਜੋ ਹੈ ਉਹ ਕਿੰਨਾ ਹੋਏਗਾ। ਸ਼ਾਂਤ ਮਤਲਬ ਟਰਮੀਨੇਟਿੰਗ ਔਰ ਅਸ਼ਾਂਤ ਮਤਲਬ ਨੋਨ ਟਰਮੀਨੇਟਿੰਗ ਰਿਪੀਟਿੰਗ। ਠੀਕ ਹੈ, ਇਹ ਦੇਖਾਂਗੇ ਅੱਗੇ, ਇਹਨਾਂ ਦੀ ਐਗਜ਼ਾਮਪਲ ਦੇਖਾਂਗੇ। ਬੇਸਿਕ ਸ਼ੁਰੂ ਕੀਤਾ ਹਜੇ। ਸੋ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਜੋ ਯੂਕਲਿਡ ਵੰਡ ਹੈ ਉਹ ਦੇ ਬਾਰੇ ਡਿਟੇਲ ਦੇ ਵਿੱਚ ਵੇਖਦੇ ਹਾਂ। ਯੂਕਲਿਡ ਵੰਡ ਹੈ ਕੀ, ਇਹ ਕੀ ਹੈ। ਇਹਦੇ ਵਿੱਚ ਕੀ ਕੀਤਾ ਜਾਂਦਾ, ਦੋ ਧਨਾਤਮਕ ਸੰਪੂਰਨ ਸੰਖਿਆਵਾਂ ਮਤਲਬ ਦੋ ਪੋਜ਼ਿਟਿਵ ਇੰਟੀਜ਼ਰ ਲਏ ਜਾਂਦੇ ਆ ਜਿਨ੍ਹਾਂ ਦਾ HCF ਅਤੇ LCM ਕੱਢਣ ਦੀ ਇੱਕ ਜੋ ਹੈ ਫਾਰਮੂਲਾ ਆਪਾਂ ਨੂੰ ਮਿਲਦਾ ਹੈ। HCF ਬੇਸਿਕਲੀ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ ਜਿਹਦੇ ਵਿੱਚ ਦੋ ਸੰਖਿਆਵਾਂ ਦਿੱਤੀਆਂ ਹੁੰਦੀਆਂ A ਅਤੇ B। ਦੋ ਸੰਖਿਆਵਾਂ ਦਿੱਤੀਆਂ ਹੁੰਦੀਆਂ A ਅਤੇ B, ਇਹਨਾਂ ਵਿੱਚੋਂ ਆਪਾਂ ਕੀ ਕਰਨਾ ਹੁੰਦਾ, ਇਹਨਾਂ ਦਾ HCF ਪਤਾ ਕਰਨਾ ਹੁੰਦਾ ਹੈ। ਔਰ HCF ਕੀ ਹੁੰਦਾ ਹੈ, ਉਹ ਵੱਡੀ ਧਨਾਤਮਕ ਸੰਪੂਰਨ ਸੰਖਿਆ ਜੋ D ਹੈ, ਮੰਨ ਲਓ ਕਿ D ਹੈ ਇਹਨਾਂ ਦਾ HCF A ਔਰ B ਦਾ, ਜੋ ਕੀ ਹੈ ਦੋਵਾਂ ਨੂੰ ਪੂਰੀ ਤਰ੍ਹਾਂ ਭਾਗ ਕਰਦੀ ਹੈ। D ਕੀ ਹੈ, A ਨੂੰ ਵੀ ਪੂਰੀ ਤਰ੍ਹਾਂ ਡਿਵਾਈਡ ਕਰਦੀ ਹੈ ਔਰ B ਨੂੰ ਵੀ ਕੀ ਹੈ ਡਿਵਾਈਡ ਕਰਦੀ ਹੈ। ਠੀਕ ਹੈ, ਉਹ ਧਨਾਤਮਕ ਸੰਪੂਰਨ ਸੰਖਿਆ ਦਾ HCF ਮਤਲਬ ਦੋ ਸੰਪੂਰਨ ਸੰਖਿਆਵਾਂ ਨੇ A ਔਰ B ਜਿਨ੍ਹਾਂ ਦਾ HCF ਕੀ ਹੈ D ਹੈ ਔਰ ਇਹ ਦੋਨਾਂ ਨੂੰ ਕੀ ਹੈ A ਔਰ B ਨੂੰ ਡਿਵਾਈਡ ਕਰਦਾ ਹੈ ਮਤਲਬ ਪੂਰਨ ਤੌਰ ਤੇ ਭਾਗ ਕਰਦਾ ਹੈ। ਇਹ ਯੂਕਲਿਡ ਵੰਡ ਐਲਗੋਰਿਥਮ ਕਹਿੰਦਾ ਹੈ। ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਲੈਂਦੇ ਆ, ਕਿਵੇਂ ਹੈ, ਜਿਵੇਂ ਮੰਨ ਲਓ ਸੰਪੂਰਨ ਸੰਖਿਆਵਾਂ ਨੇ ਦੋ, ਇੱਕ ਹੈ 455 ਔਰ ਦੂਸਰੀ ਹੈ 42। ਇਹਨਾਂ ਦਾ HCF ਪਤਾ ਕਰਨ ਲਈ ਕਿਹਾ ਗਿਆ। ਇਹਨਾਂ ਦਾ HCF ਜੋ ਹੈ ਯੂਕਲਿਡ ਵਿਧੀ ਨਾਲ ਕਿਵੇਂ ਕੀਤਾ ਜਾਂਦਾ ਹੈ ਉਹ ਆਪਾਂ ਦੇਖਦੇ ਹਾਂ। ਦੋ ਸੰਖਿਆਵਾਂ ਦਿੱਤੀਆਂ, ਇਹਨਾਂ ਦਾ ਆਪਾਂ HCF ਪਤਾ ਕਰਨਾ ਹੈ। ਅਗਰ ਤੁਹਾਨੂੰ ਯੂਕਲਿਡ ਵਿਧੀ ਸਹੀ ਲੱਗੇ ਤਾਂ ਤੁਸੀਂ ਯੂਕਲਿਡ ਵਿਧੀ ਨੂੰ ਯੂਜ਼ ਕਰ ਸਕਦੇ ਹੋ। ਫੋਰ ਐਗਜ਼ਾਮਪਲ ਕੀ ਹੁੰਦਾ ਹੈ,
445 ਸੌਰੀ 455 ਲਿਖੀ ਹੈ ਨਾ, ਸਭ ਤੋਂ ਵੱਡੀ ਟਰਮ ਰੱਖਣੀ ਹੁੰਦੀ ਹੈ ਇੱਕ ਸਾਈਡ ਤੇ ਇਕੁਅਲ ਦੇ ਵਿੱਚ, ਔਰ ਦੂਸਰੀ ਟਰਮ ਕੀ ਹੈ ਉਹਦੇ ਸਾਹਮਣੇ ਲਿਖ ਦੇਣੀ ਹੁੰਦੀ ਹੈ। ਇਹਨੂੰ ਕੀ ਕਰੀਏ ਕਿ ਕਿਹਦੇ ਨਾਲ ਗੁਣਾ ਕੀਤੀ ਜਾਵੇ ਕਿ ਇਹਦੇ ਇਕੁਅਲ ਜੋ ਹੈ ਬਰਾਬਰ ਦੇ ਨੇੜੇ ਆ ਜਾਵੇ। 10 ਨਾਲ ਗੁਣਾ ਕਰਾਂਗੇ ਤਾਂ ਇਹ ਕੀ ਹੋ ਜਾਏਗਾ 420 ਹੋ ਜਾਏਗਾ। 455 ਹੈ, 455 ਬਣਾਉਣ ਲਈ ਕੀ ਕਰਾਂਗੇ ਇਹਦੇ ਵਿੱਚ 35 ਜੋੜ ਦਾਂਗੇ, ਠੀਕ ਹੈ। ਸੋ ਇੱਥੇ ਆਪਾਂ 0 ਲਿਆਣਾ ਹੈ, ਜਦੋਂ ਤੱਕ ਇੱਥੇ ਤੱਕ 0 ਨਹੀਂ ਆਉਂਦਾ ਉਦੋਂ ਤੱਕ ਕੀ ਹੈ ਇਹਨਾਂ ਦਾ HCF ਆਪਾਂ ਪਤਾ ਨਹੀਂ ਕਰ ਸਕਦੇ। ਸੋ ਇੱਥੇ ਆਪਾਂ 0 ਲਿਆਣਾ ਹੈ। ਸੋ ਇਹਨੂੰ ਮੈਂ ਨੈਕਸਟ ਪੇਜ ਤੇ ਲਿਖਦਾ ਕਿਵੇਂ ਹੈ, 455 is equal to 42 into 10 plus 35, ਠੀਕ ਹੈ। ਹੁਣ ਆਪਾਂ ਇਹਨੂੰ ਛੱਡ ਦਾਂਗੇ, ਹੁਣ ਆਪਾਂ ਕੀ ਕਰਾਂਗੇ ਆਹ ਟਰਮ ਲਾਂਗੇ 42, ਇਹਨੂੰ ਇਕੁਅਲ ਰੱਖਾਂਗੇ, ਰਿਮਾਈਂਡਰ ਕੀ ਬਚ ਰਿਹਾ 35, ਰਿਮਾਈਂਡਰ ਲਾਂਗੇ। ਹੁਣ ਇਹਨੂੰ 42 ਦੇ ਇਕੁਅਲ ਕਰਨਾ ਹੈ ਤਾਂ ਆਪਾਂ ਕੀ ਕਰਾਂਗੇ 1 ਨਾਲ ਮਲਟੀਪਲਾਈ ਕਰਾਂਗੇ। 35 ਦੇ ਵਿੱਚ ਕੀ ਜੋੜੀਏ ਕਿ 42 ਬਣ ਜੇ, 7 ਜੋੜਾਂਗੇ, ਹਜੇ ਵੀ ਇੱਥੇ 0 ਨਹੀਂ ਆਇਆ, 7 ਦੀ ਜਗ੍ਹਾ ਤੇ ਆਪਾਂ ਕੀ ਲੈਣਾ 0। ਹੁਣ ਆਪਾਂ ਕੀ ਕਰਾਂਗੇ ਆ 35 ਲਾਂਗੇ, 35 ਨੂੰ ਇੱਥੇ ਰੱਖਾਂਗੇ ਔਰ ਰਿਮਾਈਂਡਰ ਕੀ ਬਚ ਰਿਹਾ 7, 7 ਸਾਹਮਣੇ ਲਿਖ ਦਾਂਗੇ, ਠੀਕ ਹੈ। 7 ਨੂੰ 5 ਨਾਲ ਮਲਟੀਪਲਾਈ ਕੀਤਾ ਤਾਂ 35 ਆ ਰਿਹਾ, ਪਲੱਸ ਕੀ ਕਰਾਂਗੇ 0, ਓਕੇ। ਸੋ 0 ਕੀ ਹੈ ਆ ਗਿਆ। ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦਾ HCF ਕੀ ਹੈ। HCF ਉਹੀ ਹੋਏਗਾ ਜੋ ਐਂਡ ਤੇ ਡਿਵਾਈਡ ਕਰੇਗਾ, ਠੀਕ ਹੈ। ਐਂਡ ਤੇ ਡਿਵਾਈਡ ਕੌਣ ਕਰ ਰਿਹਾ 7, ਜੋ ਇੱਥੇ ਗੁਣਾ ਕਰ ਰਿਹਾ ਨਾ, ਗੁਣਾ ਦੇ ਨਾਲ ਆ ਰਿਹਾ 5 ਦੇ ਨਾਲ, ਉਹ ਕੀ ਹੈ ਇਹਨਾਂ ਦੋਵਾਂ ਦਾ HCF ਹੈ। 455 ਅਤੇ 42 ਦਾ HCF ਕੀ ਹੋਏਗਾ 7 ਹੋਏਗਾ, ਠੀਕ ਹੈ। ਸੋ ਦੋਵਾਂ ਨੂੰ ਇਸ ਨੂੰ ਤੁਸੀਂ ਗੁਣਨਖੰਡ ਵਿਧੀ ਨਾਲ ਵੀ ਜਾਂਚ ਸਕਦੇ ਹੋ। ਗੁਣਨਖੰਡ ਵਿਧੀ ਦਾ ਬਾਰੇ ਪਤਾ ਹੋਏਗਾ ਸਭ ਨੂੰ। ਜਦੋਂ 455 ਨੂੰ ਆਪਾਂ ਇਸ ਤਰ੍ਹਾਂ ਕਰਕੇ ਕਰਦੇ ਹਾਂ ਨਾ, ਪਹਿਲਾਂ ਕੀ ਕਰਾਂਗੇ 5 ਤੇ ਡਿਵਾਈਡ ਕਰਾਂਗੇ, 9 5 45 ਔਰ 91, ਠੀਕ ਹੈ। 7 ਤੇ ਕਰਾਂਗੇ ਤਾਂ 13 7 91 ਔਰ 13 ਕੀ ਹੈ ਇੱਥੇ ਆ ਜਾਏਗਾ ਤਾਂ 1 ਆ ਜਾਏਗਾ। ਐਵੇਂ ਹੀ 42 ਨੂੰ ਕਰਾਂਗੇ, ਠੀਕ ਹੈ। ਜਦੋਂ 42 ਨੂੰ 7 ਤੇ ਕਰਾਂਗੇ ਤਾਂ 6 ਆ ਜਾਏਗਾ, 6 ਨੂੰ 2 ਨਾਲ ਕਰਾਂਗੇ ਤਾਂ 3 ਆ ਜਾਏਗਾ ਔਰ 3 ਨਾਲ ਕਰਾਂਗੇ ਤਾਂ 1 ਆ ਜਾਏਗਾ, ਠੀਕ ਹੈ। ਇਹਨਾਂ ਦੋਵਾਂ ਦੇ ਵਿੱਚ ਕਾਮਨ ਕੀ ਆ ਰਿਹਾ, ਹਾਈਐਸਟ ਕਾਮਨ ਫੈਕਟਰ ਕੀ ਹੈ 7 ਹੈ। ਸੋ ਕੀ ਹੈ HCF 7 ਹੈ। ਇਦਾਂ ਵੀ ਤੁਸੀਂ HCF ਕੱਢ ਸਕਦੇ ਹੋ, ਜਿੱਦਾਂ ਯੂਕਲਿਡ ਵਿਧੀ ਹੈ ਉਸ ਦੇ ਦੁਆਰਾ ਵੀ ਕੀ ਹੈ HCF ਕੱਢ ਸਕਦੇ ਹੋ। ਸੋ ਇੱਕ ਹੋਰ ਐਗਜ਼ਾਮਪਲ ਲੈ ਕੇ ਦੇਖਦੇ ਹਾਂ, ਉਹਨੂੰ ਤੁਸੀਂ ਸੋਲਵ ਕਰ ਸਕਦੇ ਹੋ। 452 ਅਤੇ 12576 ਦਾ HCF ਪਤਾ ਕਰਨਾ ਹੈ ਯੂਕਲਿਡ ਵੰਡ ਐਲਗੋਰਿਥਮ ਦੀ ਵਿਧੀ ਦਾ ਪ੍ਰਯੋਗ ਕਰਕੇ। ਤੁਸੀਂ ਚਾਹੋ ਤਾਂ ਕਰ ਸਕਦੇ ਹੋ, ਅਦਰਵਾਈਜ਼ ਮੈਂ ਇਹਨੂੰ ਸਮਝਾ ਦਿੰਦਾ ਕਿ ਕਿਵੇਂ ਕਰਨਾ ਹੈ। ਜਿਨ੍ਹਾਂ ਨੇ ਖੁਦ ਕਰਨਾ ਹੋਏ ਉਹ ਖੁਦ ਕਰ ਸਕਦੇ ਆ ਯੂਕਲਿਡ ਵੰਡ ਵਿਧੀ ਨਾਲ, ਅਦਰਵਾਈਜ਼ ਬਾਕੀਆਂ ਨੂੰ ਮੈਂ ਦੱਸ ਰਿਹਾ ਕਿ ਕਿਵੇਂ ਕਰਨਾ ਹੈ। ਆਪਾਂ ਪਿਛਲੇ ਕੁਐਸਚਨ ਦੇ ਵਿੱਚ ਕੀ ਕੀਤਾ ਸੀ ਕਿ ਸਭ ਤੋਂ ਵੱਡੀ ਟਰਮ ਨੂੰ ਲਿਖਿਆ ਸੀ ਇੱਕ ਸਾਈਡ ਤੇ, ਇਹਦੇ ਵਿੱਚ ਸਭ ਤੋਂ ਵੱਡੀ ਟਰਮ ਕੀ ਹੈ 12576। ਸੋ ਆਪਾਂ ਕੀ ਕਰਾਂਗੇ 12576 ਨੂੰ ਇੱਕ ਸਾਈਡ ਤੇ ਲਿਖ ਲਾਂਗੇ, ਦੂਸਰੀ ਟਰਮ ਜੋ ਹੈ ਉਹਨੂੰ ਬਿਲਕੁਲ ਸਾਹਮਣੇ ਲਿਖ ਲਾਂਗੇ। ਸੋ ਇਹਨੂੰ ਕਿਹਦੇ ਨਾਲ ਗੁਣਾ ਕੀਤਾ ਜਾਵੇ ਕਿ ਇਹ 12576 ਦੇ ਕਰੀਬ ਕਰੀਬ ਆ ਜੇ। ਸੋ ਆਪਾਂ ਕੀ ਕਰਾਂਗੇ 3 ਨਾਲ ਗੁਣਾ ਕਰਾਂਗੇ, ਸੋ ਇਹ ਕੀ ਹੈ ਕਰੀਬ ਕਰੀਬ ਜਾਂਦਾ ਹੈ, ਔਰ ਪਲੱਸ ਕੀ ਕਰਾਂਗੇ 420 ਐਡ ਕਰ ਦਾਂਗੇ ਔਰ ਇਹ ਬਣ ਜਾਏਗਾ 12576। ਤੁਸੀਂ ਗੁਣਾ ਕਰਕੇ ਔਰ ਮਲਟੀਪਲਾਈ ਕਰਕੇ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਅਜੇ ਇੱਥੇ 0 ਲਿਆਣਾ ਹੈ। ਸੋ 0 ਲਿਆਉਣ ਲਈ ਆਪਾਂ ਨੈਕਸਟ ਸਟੈਪ ਤੇ ਜਾਵਾਂਗੇ। ਆਪਾਂ ਕੀ ਕਰਾਂਗੇ ਇਹਨੂੰ ਛੱਡ ਦਾਂਗੇ ਔਰ ਆਹ ਵਾਲੀ ਟਰਮ ਨੂੰ ਚੱਕ ਲਾਂਗੇ, ਇਹਨੂੰ ਕੀ ਕਰਾਂਗੇ ਇੱਕ ਸਾਈਡ ਤੇ ਲਿਖਾਂਗੇ ਔਰ ਇਕੁਅਲ ਕਰਾਂਗੇ। ਰਿਮਾਈਂਡਰ ਕੀ ਆ ਰਿਹਾ ਸੀ 420, ਸੋ 420 ਆ ਗਿਆ। 420 ਨੂੰ ਕਿਹਦੇ ਨਾਲ ਗੁਣਾ ਕਰੀਏ ਕਿ ਇਹਦੇ ਕਰੀਬ ਪਹੁੰਚ ਜੇ। ਸੋ ਆਪਾਂ ਕੀ ਕਰਾਂਗੇ 9 ਨਾਲ ਗੁਣਾ ਕਰਾਂਗੇ ਔਰ ਪਲੱਸ 272 ਕਰ ਦਾਂਗੇ, ਹਜੇ ਵੀ ਇੱਥੇ 0 ਨਹੀਂ ਆਇਆ। ਸੋ ਇਸ ਤੋਂ ਬਾਅਦ ਤੀਜਾ ਸਟੈਪ ਲਾਂਗੇ। ਤੀਜੇ ਸਟੈਪ ਦੇ ਵਿੱਚ ਆਹ ਟਰਮ ਜੋ ਹੈ ਇੱਥੇ ਲਿਖਾਂਗੇ ਔਰ ਇਕੁਅਲ ਕੀ ਕਰਾਂਗੇ ਆਹ ਵਾਲੀ ਟਰਮ 272। 272 ਨੂੰ ਕਿਹਦੇ ਨਾਲ ਗੁਣਾ ਕਰੀਏ 1 ਨਾਲ, 2 ਨਾਲ ਕਰਾਂਗੇ ਤਾਂ ਪਾਰ ਹੀ ਹੋ ਜਾਏਗਾ ਨਾ 420 ਦੇ, ਤਾਂ ਕੀ ਆ ਜਾਏਗਾ ਇੱਥੇ 148, ਠੀਕ ਹੈ। 148 ਇੱਥੇ ਆ ਜਾਏਗਾ, ਠੀਕ ਹੈ 148।
ਅਗਲਾ ਪੇਜ ਤੇ ਕਰਦਾ, ਅਗਰ ਤੁਸੀਂ ਸਕਰੀਨਸ਼ਾਟ ਲੈਣਾ ਹੋਏ ਤਾਂ ਲੈ ਸਕਦੇ ਹੋ, ਅਦਰਵਾਈਜ਼ ਵੀਡੀਓ ਜੋ ਹੈ ਰਿਕਾਰਡਿੰਗ ਤੇ ਹੈ, ਰਿਪੀਟ ਤੇ ਇਸ ਨੂੰ ਦੇਖ ਸਕਦੇ ਹੋ। ਸੋ ਤੀਸਰੇ ਸਟੈਪ ਤੇ ਕੀ ਹੈ, 272 ਆ ਰਿਹਾ ਔਰ 148 ਆ ਰਿਹਾ। ਕੀ ਕਰਦੇ ਆ, 272 ਨੂੰ ਇੱਕ ਸਾਈਡ ਤੇ ਲਿਖਾਂਗੇ ਔਰ 148 ਨੂੰ ਇਧਰਲੀ ਵਾਲੀ ਸਾਈਡ ਲਿਖਾਂਗੇ। ਇਹਨੂੰ 1 ਨਾਲ ਮਲਟੀਪਲਾਈ ਕਰਾਂਗੇ ਪਲੱਸ 124 ਕਰਾਂਗੇ ਤਾਂ 272 ਆ ਜਾਏਗਾ। ਠੀਕ ਹੈ, ਹੁਣ ਕੀ ਹੈ, ਇੱਥੇ ਵੀ 0 ਅਜੇ ਨਹੀਂ ਆਈ ਤਾਂ ਆਪਾਂ ਕੀ ਕਰਾਂਗੇ, 148 ਨੂੰ ਲਾਂਗੇ ਔਰ 124 ਇੰਟੂ 1 ਪਲੱਸ 24 ਕੀ ਹੈ, 0 ਦੇ ਆਪਾਂ ਨੇੜੇ ਜਾ ਰਹੇ ਹਾਂ। ਠੀਕ ਹੈ, ਹੁਣ ਕੀ ਹੈ, 124 ਨੂੰ ਇੱਥੇ ਲਿਖਾਂਗੇ ਔਰ 24 ਜੋ ਰਿਮਾਈਂਡਰ ਹੈ ਉਸ ਨੂੰ ਇੱਥੇ ਲਿਖਾਂਗੇ। ਇਸ ਨੂੰ ਕਿੰਨੇ ਨਾਲ ਮਲਟੀਪਲਾਈ ਕਰੀਏ, 5 ਨਾਲ ਪਲੱਸ 4 ਕਰੀਏ ਤਾਂ ਕਿੰਨਾ, 124 ਬਣ ਜਾਏਗਾ। ਅਜੇ ਵੀ 0 ਨਹੀਂ ਆਇਆ ਲੇਕਿਨ 0 ਦੇ ਬਹੁਤ ਕਰੀਬ ਪਹੁੰਚ ਚੁੱਕੇ ਹਾਂ। ਸੋ ਹੁਣ ਆਪਾਂ ਕੀ ਕਰਾਂਗੇ, 24 ਨੂੰ ਇੱਧਰ ਲਿਖਾਂਗੇ ਔਰ 4 ਜੋ ਰਿਮਾਈਂਡਰ ਹੈ ਉਸ ਨੂੰ ਉਸ ਦੇ ਸਾਹਮਣੇ ਲਿਖਾਂਗੇ। ਇਸ ਨੂੰ 6 ਨਾਲ ਮਲਟੀਪਲਾਈ ਕੀਤਾ ਤਾਂ 0 ਆ ਜਾਏਗਾ। ਸੋ ਕਿਸ ਟਰਮ ਨੇ ਕੀ ਕੀਤਾ ਕਿ 0 ਲਿਆਉਣ ਦੇ ਵਿੱਚ ਹੈਲਪ ਕੀਤੀ, 4 ਨੇ। ਸੋ 4 ਕੀ ਹੋਏਗਾ, ਇਹਨਾਂ ਦਾ HCF ਹੋਏਗਾ। ਠੀਕ ਹੈ, ਇੰਨੀ ਵੱਡੀ ਟਰਮ ਦਾ ਕੀ ਆਇਆ HCF, ਸਿਰਫ 4 ਆਇਆ। ਠੀਕ ਹੈ, ਸੋ 12576 ਅਤੇ 4052 ਦਾ ਕੀ ਹੈ HCF, ਸਿਰਫ 4 ਹੈ। ਠੀਕ ਹੈ, HCF ਕੀ ਆਇਆ, 4 ਹੈ। ਓਕੇ, ਸੋ ਇਦਾਂ ਇੱਕ ਚੀਜ਼ ਹੋਰ ਆਪਾਂ ਨੂੰ ਮਿਲਦੀ ਹੈ, ਜੋ ਵੀ ਆਈਆਂ ਇਹਦੇ ਵਿੱਚ ਐਂਡ ਤੇ ਜੋ ਵੀ ਇਕੁਅਲ ਦੇ ਵਿੱਚ ਸੀ, 24 ਅਤੇ 4 ਦਾ ਵੀ HCF 4 ਹੋਏਗਾ। ਠੀਕ ਹੈ, ਔਰ 124 ਅਤੇ 24 ਦਾ ਵੀ HCF 4 ਹੋਏਗਾ, ਕਿਉਂਕਿ ਜੋ ਕੀ ਹੈ ਇਕੁਅਲ ਦੇ ਵਿੱਚ ਆ ਰਹੇ ਸੀ। ਤੁਸੀਂ ਦੇਖੋਗੇ ਨਾ ਪਿੱਛੇ 124 ਇਜ਼ ਇਕੁਅਲ ਟੂ 24 ਇੰਟੂ 5 ਪਲੱਸ 4, ਇਹਦੇ ਵਿੱਚ 24 ਔਰ 124 ਦਾ ਵੀ HCF ਕੀ ਹੋਏਗਾ, ਸੇਮ ਹੋਏਗਾ, 4 ਹੀ ਹੋਏਗਾ। ਐਵੇਂ ਹੀ 148 ਔਰ 124 ਦਾ ਵੀ ਜੋ ਵੀ ਇਕੁਅਲ ਦੇ ਵਿੱਚ ਪਹਿਲੀਆਂ ਟਰਮ ਸੀ ਉਹ ਕੀ ਹੈ, ਸੇਮ HCF ਨਾਲ ਹੋਣਗੀਆਂ, ਸਾਰੀਆਂ ਦਾ HCF ਕੀ ਹੋਏਗਾ, 4 ਹੋਏਗਾ। ਓਕੇ, ਸੋ ਇਹ ਮਿਲਦਾ ਇਹਦੇ ਵਿੱਚੋਂ। ਸੋ ਇੰਨੀ ਸਾਰੀ ਚਰਚਾ ਕਰਨ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਆਪਣੇ ਸਾਹਮਣੇ, ਇੱਕ ਫੈਕਟ, ਯੂਕਲਿਡ ਵੰਡ ਪ੍ਰਮੇਜਕਾ ਮਤਲਬ ਜੋ ਯੂਕਲਿਡ ਐਲਗੋਰਿਥਮ ਹੈ ਨੂੰ ਸਿਰਫ ਪੋਜ਼ਿਟਿਵ ਸੰਪੂਰਨ ਸੰਖਿਆਵਾਂ ਦੇ ਲਈ ਹੀ ਲਿਖਿਆ ਜਾ ਸਕਦਾ ਹੈ। ਮਤਲਬ ਜੋ ਪੋਜ਼ਿਟਿਵ ਨੰਬਰ ਹੋਣਗੇ, ਪੋਜ਼ਿਟਿਵ ਇੰਟੀਜਰ ਹੋਣਗੇ, ਉਹਨਾਂ ਦੇ ਲਈ ਲਿਖਿਆ ਜਾ ਸਕਦਾ ਹੈ, ਜਿੱਥੇ ਕੀ ਹੈ ਸੰਪੂਰਨ ਸੰਖਿਆਵਾਂ ਲਈ ਲਾਗੂ ਹੁੰਦਾ ਹੈ। ਮਤਲਬ ਸੰਪੂਰਨ ਸੰਖਿਆਵਾਂ ਦੇ ਲਈ ਲਾਗੂ ਹੁੰਦਾ ਹੈ, ਲੇਕਿਨ ਸੰਪੂਰਨ ਸੰਖਿਆਵਾਂ ਵਿੱਚ ਨੈਗੇਟਿਵ ਨੰਬਰ ਵੀ ਆਉਂਦੇ ਆ। ਸੋ ਨੈਗੇਟਿਵ ਨੰਬਰ ਤੇ ਕੀ ਹੈ, ਇਹ ਲਾਗੂ ਨਹੀਂ ਹੋਏਗਾ, ਸਿਰਫ ਪੋਜ਼ਿਟਿਵ ਨੰਬਰ ਤੇ ਹੀ ਲਾਗੂ ਹੋਏਗਾ। ਓਕੇ, ਇੱਕ ਐਗਜ਼ਾਮਪਲ ਲੈਂਦੇ ਆ, ਕੁਐਸਚਨ ਹੀ ਹੈ, ਅਗਰ ਤੁਸੀਂ ਨੋਟ ਕਰਨਾ ਹੋਏ ਕਾਪੀ ਪੈਨ ਤੇ ਕਰ ਸਕਦੇ ਹੋ। ਇੱਕ ਮਠਿਆਈ ਵਿਕਰੇਤਾ ਹੈ, ਉਸ ਕੋਲ ਕੀ ਹੈ, 420 ਕਾਜੂ ਦੀਆਂ ਬਰਫੀਆਂ ਨੇ। ਠੀਕ ਹੈ, ਔਰ 130 ਕੀ ਨੇ, ਬਦਾਮ ਦੀਆਂ ਬਰਫੀਆਂ ਨੇ। ਇੱਕ ਮਠਿਆਈ ਵਿਕਰੇਤਾ ਹੈ, ਉਸ ਕੋਲ ਕਾਜੂ ਦੀਆਂ ਬਰਫੀਆਂ ਜੋ ਹੈ 420 ਨੇ ਔਰ ਬਦਾਮ ਦੀਆਂ ਬਰਫੀਆਂ ਕੀ ਨੇ, 130 ਨੇ ਗਿਣਤੀ ਵਿੱਚ। ਉਹ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਢੇਰੀਆਂ ਬਣਾਉਣਾ ਚਾਹੁੰਦਾ ਹੈ ਕਿ ਜੋ ਹਰ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਕੀ ਹੈ, ਬਰਾਬਰ ਰਹੇ, ਅਤੇ ਇਹਨਾਂ ਢੇਰੀਆਂ ਦੀ ਪਰਾਤ ਵਿੱਚ ਘੱਟੋ ਘੱਟ ਸਥਾਨ ਘੇਰਨ। ਕੀ ਹੈ, ਇੱਕ ਪਰਾਤ ਹੈ, ਉਹਦੇ ਵਿੱਚ ਕੀ ਹੈ, ਉਹ ਇਸ ਤਰ੍ਹਾਂ ਢੇਰੀਆਂ ਬਣਾਉਣਾ ਚਾਹੁੰਦਾ ਹੈ ਕਿ ਹਰੇਕ ਢੇਰੀ ਦੇ ਵਿੱਚ ਕੀ ਹੈ, ਬਰਾਬਰ ਸੰਖਿਆ ਦੇ ਵਿੱਚ ਕੀ ਹੈ, ਬਰਫੀਆਂ ਦੀ ਗਿਣਤੀ ਆਏ ਔਰ ਘੱਟ ਜਗ੍ਹਾ ਘੇਰਨ। ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਨੇ, ਘੱਟੋ ਘੱਟ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ। ਅਗਰ ਤੁਸੀਂ ਸੋਲਿਊਸ਼ਨ ਕਰਨਾ ਹੈ ਤਾਂ ਕਰ ਸਕਦੇ ਹੋ। ਕੁਐਸਚਨ ਸਮਝ ਆਇਆ ਕਿ ਇਹਦੇ ਵਿੱਚ ਕਰਨਾ ਕੀ ਹੈ? ਕੁਐਸਚਨ ਜ਼ਿਆਦਾ ਲੰਬਾ ਹੈ। ਪੇਪਰ ਦੇ ਵਿੱਚ ਕੀ ਹੁੰਦਾ ਕਿ ਕੁਐਸਚਨ ਨੂੰ ਲੰਬਾ ਇੰਨਾ ਪੁੱਛਿਆ ਜਾਂਦਾ ਹੈ ਕਿ ਬੱਚੇ ਦੇ ਦਿਮਾਗ ਜੋ ਹੈ, ਮਾਈਂਡ ਸੈਟ ਕੀ ਹੈ, ਉਹ ਥੋੜਾ ਜਿਹਾ ਖਰਾਬ ਹੋ ਜਾਏ। ਇਸੇ ਕਰਕੇ ਕੁਐਸਚਨ ਕੀ ਹੈ, ਲੰਬੇ ਪਾਏ ਜਾਂਦੇ ਆ, ਲੇਕਿਨ ਹੁੰਦਾ ਕੁਐਸਚਨ ਦੇ ਵਿੱਚ ਕੁਝ ਨਹੀਂ ਹੈ। ਇਹਦੇ ਵਿੱਚ ਆਪਾਂ ਕੀ ਕਰਨਾ ਹੈ, ਸਿਰਫ HCF ਪਤਾ ਕਰਨਾ ਹੈ ਦੋਵਾਂ ਦਾ, 420 ਅਤੇ 130 ਦਾ ਕੀ ਹੈ, SCF ਪਤਾ ਕਰਨਾ ਹੈ। ਜਦੋਂ ਆਪਾਂ SCF ਜਾਂ ਤਾਂ ਯੂਕਲਿਡ ਮੈਥਡ ਲਗਾ ਲਓ ਜਾਂ ਜੋ ਹੈ ਗੁਣਨਖੰਡ ਵਿਧੀ ਨਾਲ ਪਤਾ ਕਰ ਲਓ। ਸੋ ਜਦੋਂ ਆਪਾਂ ਇਹਨਾਂ ਦਾ ਮੈਥਡ HCF ਪਤਾ ਕਰਾਂਗੇ
ਤਾਂ HCF ਕੀ ਆਏਗਾ 10 ਆਏਗਾ। ਸੋ ਕੀ ਹੈ ਉਹ ਮਠਿਆਈ ਵਿਕਰੇਤਾ ਕੀ ਹੈ 10-10 ਲਾਈਨਾਂ ਦੀ ਇੱਕ ਲਾਈਨ ਬਣਾਏ, ਕੀ ਹੈ ਸਾਰੀਆਂ ਲਾਈਨਾਂ ਦੇ ਵਿੱਚ ਬਰਾਬਰ ਜੋ ਹੈ ਬਰਫੀਆਂ ਆਣਗੀਆਂ ਔਰ ਜਗ੍ਹਾ ਵੀ ਕੀ ਹੈ ਘੱਟ ਕੇ ਰਹਿਣਗੀਆਂ। ਠੀਕ ਹੈ, ਸੋ ਇਸ ਦਾ ਆਨਸਰ ਕੀ ਹੋਏਗਾ 10 ਹੋਏਗਾ। ਸੋ ਦੂਸਰਾ ਹੈ ਆਪਾਂ ਯੂਕਲਿਡ ਵਿਧੀ ਜੋ ਹੈ ਉਹ ਕਰ ਚੁੱਕੇ ਹਾਂ। ਇਹਦੇ ਵਿੱਚ ਦੂਸਰੀ ਵਿਧੀ ਹੈ ਅੰਕ ਗਣਿਤ ਦੀ ਮੂਲਭੂਤ ਪ੍ਰਮੇय ਜਾਂ ਥਿਊਰਮ ਕਹਿ ਲਈਏ। ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ ਫੰਡਾਮੈਂਟਲ ਥਿਊਰਮ ਆਫ ਅਰਥਮੈਟਿਕ। ਠੀਕ ਹੈ, ਇਸ ਦੀ ਚਰਚਾ ਕਰਾਂਗੇ। ਯੂਕਲਿਡ ਵਿਧੀ ਜੋ ਹੈ ਉਹ ਆਪਾਂ ਕਰ ਚੁੱਕੇ ਹਾਂ। ਜਿਵੇਂ ਕਿ ਆਪਾਂ ਸਭ ਨੂੰ ਹੀ ਪਤਾ ਹੈ ਕਿ ਕੋਈ ਵੀ ਨੈਚੁਰਲ ਨੰਬਰ ਨੂੰ ਉਸਦੇ ਅਭਾਜ ਗੁਣਨਖੰਡਾਂ, ਕੋਈ ਵੀ ਨੈਚੁਰਲ ਨੰਬਰ ਹੈ ਮਤਲਬ ਕੁਦਰਤੀ ਸੰਖਿਆ ਹੈ ਜੋ 1 ਤੋਂ ਲੈ ਕੇ ਇਨਫਿਨਿਟੀ ਤੱਕ ਸ਼ੁਰੂ ਹੁੰਦੀ ਹੈ ਨੂੰ ਉਸ ਦੇ ਅਭਾਜ ਗੁਣਨਖੰਡਾਂ, ਅਭਾਜ ਗੁਣਨਖੰਡ ਮਤਲਬ ਪ੍ਰਾਈਮ ਫੈਕਟਰ ਜੋ ਆ ਉਸ ਨੂੰ ਅਭਾਜ ਗੁਣਨਖੰਡ ਕਹਿੰਦੇ ਆ, ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਜਦੋਂ ਵੀ ਕੋਈ ਨੈਚੁਰਲ ਨੰਬਰ ਹੈ ਉਸ ਨੂੰ ਆਪਾਂ ਫੈਕਟਰਾਈਜ਼ ਕਰਦੇ ਹਾਂ ਮਤਲਬ ਉਸ ਦੇ ਫੈਕਟਰ ਬਣਾਉਂਦੇ ਹਾਂ ਤਾਂ ਉਹ ਫੈਕਟਰ ਜੋ ਹੈ ਪ੍ਰਾਈਮ ਫੈਕਟਰ ਬਣਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਕਿਵੇਂ ਪ੍ਰਾਈਮ ਫੈਕਟਰ ਬਣਦੇ ਆ, ਜੇਕਰ 2 ਦੇ ਪ੍ਰਾਈਮ ਫੈਕਟਰ ਬਣਾਉਣੇ ਹੋਣ, 2 ਕੀ ਹੈ ਇੱਕ ਨੈਚੁਰਲ ਨੰਬਰ ਹੈ, 2 ਦੇ ਪ੍ਰਾਈਮ ਫੈਕਟਰ ਕੀ ਬਣਨਗੇ 2 into 1। ਠੀਕ ਹੈ, ਸੋ 4 ਦੇ ਬਣਾਉਣੇ ਹੋਣ, 4 ਦੇ ਕੀ ਬਣਨਗੇ 4 ਵੀ ਇੱਕ ਨੈਚੁਰਲ ਨੰਬਰ ਹੈ 2 into 2। 2 ਕੀ ਹੈ ਇੱਕ ਪ੍ਰਾਈਮ ਨੰਬਰ ਹੈ, 2 ਹੀ ਇੱਕ ਅਜਿਹਾ ਪ੍ਰਾਈਮ ਨੰਬਰ ਹੈ ਜੋ ਈਵਨ ਹੈ, ਇਹ ਯਾਦ ਰੱਖਣਾ। ਠੀਕ ਹੈ, ਸੋ ਐਵੇਂ ਹੀ ਜੇਕਰ ਆਪਾਂ 253 ਦੇ ਫੈਕਟਰ ਬਣਾਉਣੇ ਹੋਣ ਉਹ ਕੀ ਹੋਣਗੇ 11 into 23। ਠੀਕ ਹੈ, ਇਹ ਦੋਨੋਂ ਕੀ ਨੇ ਪ੍ਰਾਈਮ ਨੰਬਰ ਨੇ ਜੋ ਸਿਰਫ 1 ਨਾਲ ਔਰ 11 ਨਾਲ ਡਿਵਾਈਡ ਹੁੰਦਾ 11 ਔਰ 23 ਵੀ ਕਿੰਦੇ ਨਾਲ 1 ਔਰ 23 ਨਾਲ ਡਿਵਾਈਡ ਹੁੰਦਾ। ਇਹਨਾਂ ਨੂੰ ਕੀ ਕਹਿੰਦੇ ਆ ਅਭਾਜ ਸੰਖਿਆਵਾਂ। ਠੀਕ ਹੈ, ਬੇਸਿਕ ਕਲਾਸਾਂ ਇਸੇ ਕਰਕੇ ਮੈਂ ਲੈਣੀਆਂ ਚਾਹੁੰਦਾ ਸੀ ਲੇਕਿਨ ਟਾਈਮ ਜੋ ਹੈ ਬਹੁਤ ਘੱਟ ਹੋਣ ਕਰਕੇ ਬੇਸਿਕ ਕਲਾਸਾਂ ਲਈਆਂ ਨਹੀਂ ਗਈਆਂ। ਸੋ 3 ਕਲਾਸਾਂ ਜੋ ਹੈ ਬੇਸਿਕ ਲਈਆਂ ਗਈਆਂ ਸੀ, ਉਹਨਾਂ ਦੇ ਵੀਡੀਓ ਅਪਲੋਡ ਆ, ਉਹ ਤੁਸੀਂ ਦੇਖ ਲਓਗੇ ਮੈਥ ਦੀਆਂ ਇੱਕ ਵਾਰੀ ਕਿ ਕਿਹਨਾਂ ਨੂੰ ਪ੍ਰਾਈਮ ਨੰਬਰ ਕਹਿੰਦੇ ਆ ਕਿਹਨਾਂ ਨੂੰ ਨੈਚੁਰਲ ਨੰਬਰ ਕਹਿੰਦੇ ਆ, ਤਾਂ ਕਿ ਇਹ ਡਾਊਟ ਕਲੀਅਰ ਹੋ ਜੇ। ਠੀਕ ਹੈ, ਸੋ ਅਸਲ ਵਿੱਚ ਕੀ ਹੁੰਦਾ ਹੈ ਕਿ ਅਭਾਜ ਸੰਖਿਆਵਾਂ ਜੋ ਹੁੰਦੀਆਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ, ਐਨੀਬਡੀ ਦੱਸ ਸਕਦਾ ਹੈ ਕੋਈ ਵੀ ਕਿ ਜੋ ਪ੍ਰਾਈਮ ਨੰਬਰ ਹੁੰਦੇ ਆ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਪ੍ਰਾਈਮ ਨੰਬਰ ਜੋ ਅਭਾਜ ਸੰਖਿਆਵਾਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ, ਕਿਸੇ ਨੂੰ ਪਤਾ? ਇਨਫਿਨਿਟੀ ਹੁੰਦੀ ਹੈ। 25 ਨਹੀਂ ਹੁੰਦੀ, ਮੈਂ 100 ਤੱਕ ਨਹੀਂ ਨਾ ਪੁੱਛਿਆ, ਅਗਰ ਮੈਂ 100 ਤੱਕ ਪੁੱਛਦਾ ਫਿਰ 25 ਹੋਣੀ ਸੀ। ਠੀਕ ਹੈ, ਅਗਰ ਮੈਂ 50 ਤੱਕ ਪੁੱਛਦਾ ਤਾਂ ਫਿਰ 15 ਹੋਣੀ ਸੀ। ਇਹ ਤਾਂ ਯਾਦ ਰੱਖ ਲਓ 100 ਤੱਕ 25 ਹੈ ਔਰ 50 ਤੱਕ ਕਿੰਨੀ ਹੈ 15, ਲੇਕਿਨ ਟੋਟਲ ਕਿੰਨੀ ਹੈ, ਟੋਟਲ ਇਨਫਿਨਿਟੀ ਹੈ। ਠੀਕ ਹੈ, ਅਭਾਜ ਸੰਖਿਆਵਾਂ ਦੀ ਟੋਟਲ ਗਿਣਤੀ ਕਿੰਨੀ ਹੈ ਇਨਫਿਨਿਟੀ ਹੈ, ਕਿਉਂਕਿ 2 ਤੋਂ ਸ਼ੁਰੂ ਹੋ ਰਹੀ ਹੈ 2 3 5 7 ਇਹ ਚਲਦੀਆਂ ਜਾਣਗੀਆਂ ਇਨਫਿਨਿਟੀ ਤੱਕ। ਜਿੰਨੇ ਨੈਚੁਰਲ ਨੰਬਰ ਹੋਣਗੇ, ਨੈਚੁਰਲ ਨੰਬਰ ਕਿੱਥੋਂ ਸ਼ੁਰੂ ਹੁੰਦੇ ਆ 1 ਤੋਂ ਲੈ ਕੇ ਇਨਫਿਨਿਟੀ ਤੱਕ, ਸੋ ਇਹ ਵੀ ਕੀ ਆ ਇਨਫਿਨਿਟੀ ਤੱਕ ਹੀ ਚੱਲਣਗੀਆਂ। ਓਕੇ, ਸੋ ਪ੍ਰਾਈਮ ਨੰਬਰ ਕੀ ਆ ਇਨਫਿਨਿਟੀ ਤੱਕ ਹੀ ਚੱਲਣਗੇ। ਜੇਕਰ ਅਸੀਂ ਸਾਰੀਆਂ ਅਭਾਜ ਸੰਖਿਆਵਾਂ ਮਤਲਬ ਪ੍ਰਾਈਮ ਨੰਬਰ ਨੂੰ ਸਾਰੇ ਸੰਭਵ ਤਰੀਕਿਆਂ ਨਾਲ ਇਕੱਠਾ ਕਰੀਏ, ਮਤਲਬ ਜੋ ਇਹ ਪ੍ਰਾਈਮ ਨੰਬਰ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਕੱਠਾ ਕਰ ਲਿਆ ਜਾਵੇ ਤਾਂ ਸਾਨੂੰ ਕੀ ਹੈ ਇਨਫਿਨਿਟੀ ਤੱਕ ਕੀ ਹੈ ਅਭਾਜ ਸੰਖਿਆਵਾਂ ਪ੍ਰਾਪਤ ਹੋਣਗੀਆਂ ਔਰ ਉਹਨਾਂ ਦਾ ਗੁਣਨਫਲ ਕੀਤਾ ਜਾਵੇ ਤਾਂ ਉਹ ਵੀ ਕੀ ਹੈ ਇਨਫਿਨਿਟੀ ਹੀ ਹੋਏਗਾ, ਕਿਉਂਕਿ ਇਨਫਿਨਿਟੀ ਬਾਰੇ ਪਤਾ ਹੀ ਨਹੀਂ ਹੈ ਕਿ ਕਿੰਨਾ ਹੋਏਗਾ। ਇਨਫਿਨਿਟੀ ਮਤਲਬ ਅਣਗਿਣਤ। ਠੀਕ ਹੈ, ਸੋ ਇਸ ਤਰ੍ਹਾਂ ਜੋ ਦੂਸਰਾ ਥਿਊਰਮ ਹੈ ਜਿਹਨੂੰ ਕੀ ਕਹਿੰਦੇ ਆ ਅੰਕ ਗਣਿਤ ਦੀ ਮੂਲਭੂਤ ਪ੍ਰਮੇਜ ਕਹਿੰਦੇ ਆ, ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਉਹਦੇ ਵਿੱਚ ਕਿਸੇ ਵੀ ਸੰਖਿਆ ਦੇ ਅਭਾਜ ਗੁਣਨਖੰਡਾਂ ਦਾ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਫੋਰ ਐਗਜ਼ਾਮਪਲ 32760 ਹੈ, ਇਹਨੂੰ ਕੀ ਹੈ ਅਭਾਜ ਸੰਖਿਆਵਾਂ ਦੇ ਗੁਣਨਖੰਡ ਦੇ ਵਿੱਚ ਲਿਖਣਾ। ਜਦੋਂ ਤੁਸੀਂ
760 ਨੂੰ ਇਸ ਤਰ੍ਹਾਂ ਗੁਣਨਖੰਡ ਕਰਕੇ ਬਣਾ ਲਓਗੇ, 2 ਤੇ ਪਹਿਲਾਂ ਜਾਏਗਾ, ਜੋ ਵੀ ਟਰਮ ਆਏਗੀ ਜਦੋਂ ਤੱਕ 1 ਨਹੀਂ ਆਉਂਦਾ ਉਦੋਂ ਤੱਕ ਕੀ ਹੈ ਕਰਦੇ ਜਾਣਾ। ਤੁਸੀਂ ਕਰਕੇ ਦੇਖ ਲੈਣਾ, ਮੈਂ ਦੱਸ ਰਿਹਾ ਕਿ ਇਹਦੇ ਕੀ ਫੈਕਟਰ ਬਣ ਜਾਣਗੇ ਜਦੋਂ ਆਪਾਂ ਇਹ ਕਰਾਂਗੇ। ਤਾਂ ਕੀ ਹੋਏਗਾ, 2 into 2 into 2, 3 into 3, 5 into 7 into 13, ਇਹ ਫੈਕਟਰ ਨਿਕਲ ਕੇ ਆ ਜਾਣਗੇ ਜਦੋਂ ਤੁਸੀਂ ਇਹ ਚੀਜ਼ ਕਰਕੇ ਦੇਖੋਗੇ। ਤਾਂ ਕੀ ਆਏਗਾ, 3 ਵਾਰੀ 2 ਆਏਗਾ, 2 ਵਾਰੀ 3 ਆਏਗਾ, 1 ਵਾਰੀ 5 ਆਏਗਾ, ਔਰ 1 ਵਾਰੀ 7 ਔਰ 13 ਆਏਗਾ। ਸੋ ਇਹਨੂੰ ਆਪਾਂ ਕਿਵੇਂ ਲਿਖਦੇ ਹਾਂ, ਅਗਰ ਸ਼ੋਰਟ ਦੇ ਵਿੱਚ ਲਿਖਣਾ ਹੋਵੇ, 2 ਦਾ ਕਿਊਬ ਇੰਟੂ 3 ਦਾ ਸਕੁਅਰ ਇੰਟੂ 5 ਇੰਟੂ 7 ਇੰਟੂ 13। ਇਹ ਸਾਰੇ ਨੰਬਰ ਕੀ ਨੇ, 2, 3, 5, 7 ਔਰ 13, ਇਹ ਕੀ ਨੇ, ਪ੍ਰਾਈਮ ਨੰਬਰ ਨੇ ਸਾਰੇ। ਸੋ ਕੀ ਹੋ ਰਿਹਾ ਕਿ ਅੰਕ ਗਣਿਤ ਦੀ ਮੂਲਭੂਤ ਪ੍ਰਮੇਯ ਸੰਖਿਆ ਦੇ ਵਿੱਚ ਕਿਹੜੇ ਨੰਬਰ ਆ ਰਹੇ ਆ, ਸਾਰੇ ਹੀ ਪ੍ਰਾਈਮ ਨੰਬਰ ਆ ਰਹੇ ਆ। 2 ਵੀ ਪ੍ਰਾਈਮ ਨੰਬਰ ਹੈ, 3 ਵੀ, 5 ਵੀ, 7 ਵੀ ਔਰ 13 ਵੀ। ਠੀਕ ਹੈ, ਸੋ ਇਹਨੂੰ ਯਾਦ ਰੱਖਣਾ ਹੈ ਕਿ ਇਹ ਕੀ ਸਾਰੇ ਹੈ, ਜੋ ਵੀ ਇੱਕ ਪੂਰਨ ਸੰਖਿਆ ਹੈ, ਮਤਲਬ ਜੋ ਵੀ ਧਨਾਤਮਕ ਸੰਪੂਰਨ ਸੰਖਿਆ ਹੈ, ਜਦੋਂ ਆਪਾਂ ਉਸ ਦੇ ਅਭਾਜ ਗੁਣਨਖੰਡ ਕਰਦੇ ਹਾਂ, ਮਤਲਬ ਉਸ ਦੇ ਫੈਕਟਰਾਈਜੇਸ਼ਨ ਕਰਦੇ ਹਾਂ, ਮਤਲਬ ਉਸ ਦੇ ਗੁਣਨਖੰਡ ਨਿਕਾਲਦੇ ਹਾਂ, ਤਾਂ ਉਹ ਸਾਰੇ ਕੀ ਆਣਗੇ, ਪ੍ਰਾਈਮ ਨੰਬਰ ਆਣਗੇ। ਸਾਰੇ ਕੀ ਆਣਗੇ, ਪ੍ਰਾਈਮ ਨੰਬਰ ਹੀ ਆਣਗੇ। ਓਕੇ, ਸੋ ਇਸ ਤੋਂ ਆਪਾਂ ਨੂੰ ਅਨੁਮਾਨ ਲੱਗ ਜਾਂਦਾ ਹੈ ਕਿ ਹਰ ਇੱਕ ਭਾਜ ਸੰਖਿਆ ਮਤਲਬ ਕੰਪੋਜ਼ਿਟ ਨੰਬਰ ਨੂੰ ਅਭਾਜ ਸੰਖਿਆਵਾਂ ਦੀ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਸੋ ਆਪਾਂ ਕੀ ਹੈ, ਇੱਕ ਭਾਜ ਸੰਖਿਆ ਹੈ, ਮਤਲਬ ਇੱਕ ਕੰਪੋਜ਼ਿਟ ਨੰਬਰ ਹੈ। 32360 ਕੀ ਹੈ, ਇੱਕ ਕੰਪੋਜ਼ਿਟ ਨੰਬਰ ਹੈ। ਉਹਨੂੰ ਆਪਾਂ ਕਿਹਦੇ ਵਿੱਚ ਲਿਖਿਆ, ਪ੍ਰਾਈਮ ਨੰਬਰ ਦੇ ਘਾਤ ਅੰਕਾਂ ਦੇ ਵਿੱਚ। ਘਾਤ ਅੰਕ ਮਤਲਬ ਪਾਵਰ, ਪਾਵਰ 3 ਹੈ, ਇਹਦੀ 2 ਹੈ, ਇਹਦੀ ਪਾਵਰ ਨਹੀਂ ਲਿਖੀ ਤਾਂ ਮਤਲਬ ਇੱਕ ਪਾਵਰ ਤਾਂ ਹੈ ਹੀ ਨਾ ਇਹਨਾਂ ਦੀ। ਠੀਕ ਹੈ, 5 ਦੀ ਵੀ 1 ਹੈ, 7 ਦੀ ਵੀ 1 ਹੈ ਔਰ 13 ਦੀ ਵੀ 1 ਹੈ। ਮਤਲਬ ਜਦੋਂ ਵੀ ਆਪਾਂ ਕਿਸੇ ਵੀ ਧਨਾਤਮਕ ਸੰਪੂਰਨ ਸੰਖਿਆ ਦੇ ਫੈਕਟਰਾਈਜੇਸ਼ਨ ਕਰਦੇ ਹਾਂ ਤਾਂ ਪ੍ਰਾਈਮ ਨੰਬਰਾਂ ਨੂੰ ਘਾਤ ਅੰਕ ਦੇ ਵਿੱਚ ਲਿਖਦੇ ਹਾਂ, ਉਹਨਾਂ ਦਾ ਗੁਣਨਫਲ ਵੀ ਕਰਦੇ ਹਾਂ। ਠੀਕ ਹੈ, ਮਤਲਬ ਉਹਨਾਂ ਦੀ ਮਲਟੀਪਲਾਈ ਵੀ ਕਰਕੇ ਉਹਨਾਂ ਨੂੰ ਲਿਖਦੇ ਹਾਂ। ਸੋ ਆਪਾਂ ਨੂੰ ਕੀ ਮਿਲਦਾ ਹੈ ਕਿ ਇਹੀ ਕਾਰਨ ਹੈ, ਇਹੀ ਕਥਨ ਹੈ ਅੰਕ ਗਣਿਤ ਦੀ ਮੂਲਭੂਤ ਪ੍ਰਮੇਯ ਸੰਖਿਆ ਨੂੰ ਕਹਾਉਂਦਾ ਹੈ। ਠੀਕ ਹੈ, ਇਹ ਸਿੱਧ ਕਰਦਾ ਹੈ ਕਿ ਅੰਕ ਗਣਿਤਕ ਦੀਆਂ ਜੋ ਸੰਖਿਆਵਾਂ ਨੇ ਉਹਨਾਂ ਦੀ ਫੈਕਟਰਾਈਜੇਸ਼ਨ ਕੀਤੀ ਜਾ ਸਕਦੀ ਹੈ ਔਰ ਉਹ ਪ੍ਰਾਈਮ ਨੰਬਰ ਦੇ ਵਿੱਚ ਹੀ ਆਉਂਦੀਆਂ ਨੇ। ਠੀਕ ਹੈ, ਇਹ ਇਹਨਾਂ ਨੂੰ ਲਿਖਣ ਦਾ ਇੱਕ ਵਿਲੱਖਣ ਤਰੀਕਾ ਵੀ ਹੈ। ਠੀਕ ਹੈ, ਕਿੰਨਾ ਟਾਈਮ ਹੋ ਗਿਆ, 34 ਹੋ ਗਏ, 6 ਮਿੰਟ ਪਏ ਆ ਅਜੇ ਆਪਣੇ ਕੋਲ। 6 ਮਿੰਟ ਦੇ ਵਿੱਚ ਥੋੜੀ ਜਿਹੀ ਹੋਰ ਡਿਸਕਸ਼ਨ ਕਰ ਲੈਂਦੇ ਆ। ਸੋ ਆਪਾਂ ਨੂੰ ਕੀ ਨਿਕਲ ਕੇ ਸਿੱਟਾ, ਕੀ ਕਨਕਲੂਜਨ ਨਿਕਲਿਆ ਇੰਨੀ ਚਰਚਾ ਤੋਂ ਬਾਅਦ, ਅੰਕ ਗਣਿਤ ਦੀ ਮੂਲਭੂਤ ਪ੍ਰਮੇਯ ਜੋ ਸੰਖਿਆ ਹੁੰਦੀ ਹੈ, ਮਤਲਬ ਹਰ ਇੱਕ ਭਾਜ ਸੰਖਿਆ, ਹਰ ਭਾਜ ਸੰਖਿਆ ਮਤਲਬ ਕੰਪੋਜ਼ਿਟ ਨੰਬਰ ਨੂੰ ਅਭਾਜ ਸੰਖਿਆਵਾਂ ਪ੍ਰਾਈਮ ਨੰਬਰ ਦੇ ਇੱਕ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਅਗਰ ਇਹਨੂੰ ਛੋੜ ਦੇ ਵਿੱਚ ਲਿਖਿਆ ਹੋਵੇ ਕਿ ਹਰ ਇੱਕ ਭਾਜ ਸੰਖਿਆਵਾਂ ਨੂੰ ਅਭਾਜ ਸੰਖਿਆਵਾਂ ਦੇ ਇੱਕ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ, ਮਤਲਬ ਗੁਣਨਖੰਡਿਤ ਕੀਤਾ ਜਾ ਸਕਦਾ ਹੈ, ਅਤੇ ਇਹ ਗੁਣਨਖੰਡ ਅਭਾਜ ਗੁਣਨਖੰਡ ਦੇ ਆਉਣ ਵਾਲੇ ਇੱਕ ਤਰਤੀਬ ਦੇ ਵਿੱਚ ਲਿਖੇ ਜਾਂਦੇ ਆ। ਠੀਕ ਹੈ, ਅਗਰ ਤੁਹਾਨੂੰ ਕਥਨ ਪੁੱਛ ਲਿਆ ਜਾਏ ਕਿ ਕਥਨ ਦੱਸੋ ਕਿ ਇਹ ਸੱਚ ਹੈ ਜਾਂ ਨਹੀਂ, ਇਸ ਤਰ੍ਹਾਂ ਪੁੱਛਿਆ ਜਾਏ ਕਿ ਹਰ ਭਾਜ ਸੰਖਿਆ ਮਤਲਬ ਕੰਪੋਜ਼ਿਟ ਨੰਬਰ ਨੂੰ ਅਭਾਜ ਸੰਖਿਆਵਾਂ ਦੇ ਇੱਕ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਜਾਂ ਨਹੀਂ, ਇਹ ਸੱਚ ਹੈ ਜਾਂ ਨਹੀਂ, ਦਰਸਾਇਆ ਜਾ ਸਕਦਾ ਹੈ। ਠੀਕ ਹੈ, ਵਾਸਤਵਿਕ ਸੰਖਿਆਵਾਂ ਵਾਲੇ ਚੈਪਟਰ ਜੋ 10th ਦੇ ਵਿੱਚ ਹੈ, ਬੇਸਿਕਲੀ ਜੋ ਹੈ ਕਥਨ ਵਾਲੇ ਹੀ ਕੁਐਸਚਨ ਬਣਨਗੇ। ਪਿਛਲੀ ਵਾਰੀ ਵੀ ਇਹਨਾਂ ਵਿੱਚੋਂ ਕਥਨ ਵਾਲੇ ਕੁਐਸਚਨ ਆਏ ਸੀ। ਠੀਕ ਹੈ, ਸੋ ਅੰਕ ਗਣਿਤ ਮੂਲ ਦੀ ਕੀ ਕਹਿੰਦੀ ਹੈ, ਇਹਨੂੰ ਸ਼ੋਰਟ ਦੇ ਵਿੱਚ ਨੋਟ ਕਰ ਲੈਣਾ, ਮੈਂ ਰਿਪੀਟ ਕਰ ਰਿਹਾ। ਅੰਕ ਗਣਿਤ ਦੀ ਮੂਲਭੂਤ ਪ੍ਰਮੇਯ ਕਹਿੰਦੀ ਹੈ ਕਿ ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆ ਦੇ ਗੁਣਨਫਲ ਦੇ ਰੂਪ ਵਿੱਚ ਗੁਣਨਖੰਡਿਤ ਕੀਤਾ ਜਾ ਸਕਦਾ ਹੈ। ਰਿਪੀਟ ਕਰ ਰਿਹਾ, ਇਹ ਚੀਜ਼ ਨੂੰ ਨੋਟ ਕਰਨਾ ਹੈ ਤੁਸੀਂ ਕਾਪੀ ਤੇ ਜਦੋਂ ਵੀ ਵੀਡੀਓ ਦੇਖੋਗੇ। ਅੰਕ ਗਣਿਤ ਦੀ ਮੂਲਭੂਤ ਪ੍ਰਮੇਯ ਕਹਿੰਦੀ ਹੈ ਕਿ ਹਰ ਇੱਕ ਭਾਜ ਸੰਖਿਆ ਮਤਲਬ ਕੰਪੋਜ਼ਿਟ ਨੰਬਰ ਨੂੰ ਪ੍ਰਾਈਮ ਨੰਬਰ ਮਤਲਬ ਅਭਾਜ ਸੰਖਿਆ ਦੇ ਗੁਣਨਫਲ ਮਤਲਬ ਉਸ ਦੀ ਮਲਟੀਪਲਾਈਕੇਸ਼ਨ ਦੇ ਰੂਪ ਵਿੱਚ ਗੁਣਨਖੰਡਿਤ ਕੀਤਾ ਜਾ ਸਕਦਾ ਹੈ। ਸੋ ਇਹ ਕਥਨ ਕੀ ਹੈ, ਸੱਚ ਹੈ। ਓਕੇ, ਸੋ ਇੱਕ ਹੋਰ ਹੈ ਇਹਦੇ ਵਿੱਚ,
ਇੱਕ ਪ੍ਰਕਿਰਤਿਕ ਸੰਖਿਆ ਮਤਲਬ ਇੱਕ ਨੈਚੁਰਲ ਨੰਬਰ ਹੈ ਦਾ ਅਭਾਜ ਗੁਣਨਖੰਡ ਮਤਲਬ ਉਸ ਦਾ ਪ੍ਰਾਈਮ ਨੰਬਰ ਹੈ ਉਸ ਦੇ ਗੁਣਨਖੰਡਾਂ ਦੀ ਤਰਤੀਬ ਨੂੰ ਛੱਡਦੇ ਹੋਏ ਵਿਲੱਖਣ ਹੁੰਦਾ ਹੈ। ਇਹ ਵੀ ਇੱਕ ਫੈਕਟ ਹੈ, ਇਸ ਬਾਰੇ ਵੀ ਕਥਨ ਪੁੱਛਿਆ ਜਾ ਸਕਦਾ ਹੈ। ਇੱਕ ਨੈਚੁਰਲ ਨੰਬਰ ਦਾ ਅਭਾਜ ਗੁਣਨਖੰਡ ਮਤਲਬ ਪ੍ਰਾਈਮ ਨੰਬਰ ਫੈਕਟਰ ਜਾਂ ਪ੍ਰਾਈਮ ਫੈਕਟਰ ਕਹਿ ਲਈਏ, ਪ੍ਰਾਈਮ ਫੈਕਟਰ ਉਸ ਦੇ ਗੁਣਨਖੰਡਾਂ ਦੀ ਤਰਤੀਬ ਨੂੰ ਛੱਡਦੇ ਹੋਏ ਵਿਲੱਖਣ ਹੁੰਦਾ ਹੈ ਮਤਲਬ ਯੂਨੀਕ ਹੁੰਦਾ ਹੈ। ਠੀਕ ਹੈ, ਇਹ ਕਥਨ ਨੂੰ ਵੀ ਨੋਟ ਕਰ ਲੈਣਾ ਤੁਸੀਂ। ਠੀਕ ਹੈ, ਇਹ ਕਿਉਂ ਹੁੰਦਾ ਹੈ ਇਸ ਦੇ ਬਾਰੇ ਚਰਚਾ ਆਪਾਂ ਨੈਕਸਟ ਮੀਟਿੰਗ ਦੇ ਵਿੱਚ ਕਰਾਂਗੇ। ਇਹ ਮੀਟਿੰਗ ਜੋ ਹੈ ਕਲੋਜ਼ ਕਰਦੇ ਹਾਂ। ਕਲੋਜ਼ ਕਰਨ ਤੋਂ ਪਹਿਲਾਂ ਅਗਰ ਤੁਹਾਡਾ ਕੋਈ ਡਾਊਟ ਹੈ ਤਾਂ ਆਪਾਂ ਕਿੱਥੇ ਪਹੁੰਚ ਗਏ ਸੀ, ਜਦੋਂ ਸਾਨੂੰ ਇੱਕ ਫੋਰ ਇੱਕ ਐਗਜ਼ਾਮਪਲ ਲੈਂਦੇ ਹਾਂ, ਇੱਕ ਕੁਐਸਚਨ ਕਰਦੇ ਹਾਂ। ਹੁਣ ਇੱਕ ਸੰਖਿਆ ਦਿੱਤੀ ਹੋਈ ਆਪਾਂ ਨੂੰ, ਲਿਖ ਰਿਹਾ ਮੈਂ 4 ਦੀ ਪਾਵਰ n, 4 ਦੀ ਪਾਵਰ n ਹੈ, ਜਿੱਥੇ n ਕੀ ਹੈ ਇੱਕ ਨੈਚੁਰਲ ਨੰਬਰ ਹੈ। n ਕੀ ਹੈ ਇੱਕ ਨੈਚੁਰਲ ਨੰਬਰ ਹੈ, 4 ਦੀ ਪਾਵਰ n ਹੈ। ਓਕੇ, n ਜੋ ਹੈ ਨੈਚੁਰਲ ਨੰਬਰ ਹੈ ਮਤਲਬ ਕੁਦਰਤੀ ਸੰਖਿਆ ਹੈ। ਇਹ ਜਾਂਚ ਕਰਨੀ ਹੈ ਕਿ n ਦਾ ਕੋਈ ਮੁੱਲ ਮਤਲਬ n ਦੀ ਕੋਈ ਵੈਲਿਊ ਇਸ ਤਰ੍ਹਾਂ ਦਾ ਮੁੱਲ ਹੋਏ ਕਿ 4 ਜਿਸ ਨਾਲ ਕੀ ਹੈ 4 ਦੀ ਪਾਵਰ n ਕੀ ਹੈ ਸਿਫਰ ਤੇ ਸਮਾਪਤ ਹੋਏ। ਜੋ 4 ਦੀ ਪਾਵਰ n ਹੈ ਉਹ ਸਿਫਰ ਤੇ ਸਮਾਪਤ ਹੋਏ। ਕੁਐਸਚਨ ਮੈਂ ਪੂਰਾ ਰਿਪੀਟ ਕਰ ਰਿਹਾ ਹੁਣ ਇੱਕੋ ਲਾਈਨ ਦੇ ਵਿੱਚ। ਸੰਖਿਆਵਾਂ 4n, ਸੰਖਿਆ 4 ਦੀ ਪਾਵਰ n ਤੇ ਵਿਚਾਰ ਕਰੋ, ਜਿੱਥੇ n ਇੱਕ ਨੈਚੁਰਲ ਨੰਬਰ ਹੈ। ਜਾਂਚ ਕਰੋ ਕਿ n ਦਾ ਵੈਲਿਊ, n ਦੀ ਮੁੱਲ ਕੀ ਹੋਏਗਾ ਜਿਸ ਨਾਲ 4 ਦੀ ਪਾਵਰ n ਅੰਕ ਸਿਫਰ ਤੇ ਸਮਾਪਤ ਹੋਏ। 4 ਦੀ ਪਾਵਰ n ਅੰਕ ਜੋ ਹੈ ਸਿਫਰ ਤੇ ਖਤਮ ਹੋਏ। ਸੋ ਇਹੋ ਜੀ ਵੈਲਿਊ ਪਤਾ ਕਰਨੀ ਹੈ। ਇਸ ਤਰ੍ਹਾਂ ਦੇ ਕੁਐਸਚਨ ਨੂੰ ਕਿਵੇਂ ਸੋਲਵ ਕੀਤਾ ਜਾਂਦਾ ਹੈ, ਸੋ ਆਪਾਂ ਉਸ ਤੋਂ ਪਹਿਲਾਂ ਸੋਲਵ ਕਰਨ ਤੋਂ ਪਹਿਲਾਂ ਇਹਨੂੰ ਡਿਫਾਈਨ ਕਰਦੇ ਹਾਂ ਕਿ 4 ਦੀ ਪਾਵਰ n ਦੀ ਵੈਲਿਊ ਕੀ ਹੋਏ ਕਿ ਇਹ ਸੰਖਿਆ 0 ਤੇ ਖਤਮ ਹੋ ਜੇ। ਇਸ ਨੂੰ ਸੋਲਵ ਕਰਦੇ ਹਾਂ। ਦੇਖੋ 4 ਦੀ ਪਾਵਰ n ਹੈ, ਕਿਸੇ ਨੇ ਕੁਝ ਮੈਸੇਜ ਕੀਤਾ ਸੀ ਉਹ ਸ਼ੋ ਨਹੀਂ ਹੋਇਆ। 0, ਓਕੇ, ਪ੍ਰੀਤੀ ਦਾ 0 ਹੈ। ਸੋ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ 4 ਦੀ ਪਾਵਰ n ਹੈ ਔਰ n ਇੱਕ ਨੈਚੁਰਲ ਨੰਬਰ ਹੈ ਔਰ 4 ਦੀ ਪਾਵਰ n ਹੋਏ ਮਤਲਬ 0 ਕਦੋਂ ਆਏਗਾ, ਜਦੋਂ 5 ਨਾਲ ਭਾਗਯੋਗ ਹੋਵੇ। 4 ਦੀ ਪਾਵਰ n ਉਦੋਂ ਹੀ 0 ਆ ਸਕਦੀ ਹੈ ਜਦੋਂ ਕੀ ਹੈ ਇਹ 5 ਨਾਲ ਭਾਗ ਹੋਣ ਯੋਗ ਹੋਵੇ। ਸੋ ਭਾਵ ਕੀ ਹੈ 4 ਦੀ ਪਾਵਰ n ਦੇ ਜੋ ਅਭਾਜ ਗੁਣਨਖੰਡ ਹੋਣਗੇ ਉਹਨਾਂ ਵਿੱਚੋਂ ਕੋਈ ਵੀ ਇੱਕ ਪ੍ਰਾਈਮ ਫੈਕਟਰ ਜੋ ਹੈ ਉਹ 5 ਹੋਣਾ ਚਾਹੀਦਾ ਹੈ। 4 ਦੀ ਪਾਵਰ n ਉਦੋਂ ਹੀ 0 ਹੋ ਸਕਦੀ ਹੈ ਜਦੋਂ ਕੀ ਹੈ 5 ਨਾਲ ਡਿਵਾਈਡ ਹੋਏ। 5 ਨਾਲ ਕਦੋਂ ਡਿਵਾਈਡ ਹੋਏਗਾ, ਜਦੋਂ ਕੋਈ ਪ੍ਰਾਈਮ ਫੈਕਟਰ 5 ਹੋਏ। ਸੋ 5 ਫੈਕਟਰ ਹੋ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ, ਕਿਉਂਕਿ 4 ਦੇ ਗੁਣਨਖੰਡ ਕੀ ਨੇ 2 into 2 ਨੇ। 4 ਦੇ ਗੁਣਨਖੰਡ ਕੀ ਨੇ 2 into 2 ਨੇ। ਇਹਦੇ ਵਿੱਚ ਕੋਈ ਵੀ ਫੈਕਟਰ 5 ਨਹੀਂ ਆ ਰਿਹਾ, ਕੋਈ ਵੀ ਫੈਕਟਰ ਕੀ ਹੈ 5 ਨਹੀਂ ਆ ਰਿਹਾ, ਤਾਂ 5 ਨਾਲ ਭਾਗ ਹੋਏਗਾ ਨਹੀਂ। ਸੋ ਇਸ ਲਈ ਕੀ ਹੈ 4 ਦੀ ਪਾਵਰ n ਜੋ ਹੈ ਉਹ 0 ਪ੍ਰਾਪਤ ਨਹੀਂ ਕਰ ਸਕਦੀ, 0 ਪ੍ਰਾਪਤ ਕਰ ਨਹੀਂ ਸਕਦੀ। ਠੀਕ ਹੈ, ਓਕੇ, ਕਿਉਂ ਨਹੀਂ ਕਰ ਸਕਦੀ, ਕਿਉਂਕਿ ਇਸ ਦੇ ਫੈਕਟਰ ਹੀ 2 into 2 ਹੈ। ਸੋ ਫੈਕਟਰ ਉਦੋਂ ਹੀ 0 ਪ੍ਰਾਪਤ ਕਰੇਗਾ ਜਦੋਂ ਇਸ ਦਾ ਫੈਕਟਰ 5 ਹੋਏਗਾ। ਠੀਕ ਹੈ, ਇਸ ਤਰ੍ਹਾਂ ਦਾ ਕੁਐਸਚਨ ਆਏ ਤੇ ਇਸ ਨੂੰ ਇਸ ਤਰੀਕੇ ਨਾਲ ਸੋਲਵ ਕਰ ਲੈਣਾ ਕਿ 0 ਕਦੋਂ ਬਣੇਗਾ। ਫੋਰ ਐਗਜ਼ਾਮਪਲ ਇੱਥੇ 4 ਦੀ ਜਗ੍ਹਾ 2 ਦੀ ਪਾਵਰ n ਲਿਖ ਦਿੱਤਾ ਜਾਂਦਾ। ਠੀਕ ਹੈ, ਔਰ ਇਹਨੂੰ ਪੁੱਛਿਆ ਜਾਂਦਾ ਕਿ ਇਹਦਾ 0 ਕਦੋਂ ਹੋਏਗਾ। 0 ਤਾਂ ਹੋ ਨਹੀਂ ਸਕਦਾ ਕਿਉਂਕਿ ਇਹਦੇ ਫੈਕਟਰ 2 into 1 ਬਣ ਰਹੇ ਆ। ਠੀਕ ਹੈ, ਅਗਰ 10 ਦੀ ਪਾਵਰ n ਲਿਖਦਾ ਔਰ ਇਹਨੂੰ ਪੁੱਛਦਾ ਕਿ ਇਹ 0 ਕਦੋਂ ਹੋਏਗਾ, ਇਹਦੇ ਫੈਕਟਰ ਤਾਂ 2 into 5 ਬਣ ਰਹੇ ਆ, ਇਹ ਕੀ ਹੈ 5 ਤੇ ਡਿਵਾਈਡ ਹੋ ਰਿਹਾ। ਸੋ ਇਹਦੀ ਪਾਵਰ n ਕੀ ਹੈ ਆਪਾਂ ਡਿਫਾਈਨ ਕਰ ਸਕਦੇ ਹਾਂ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਅਭਾਜ ਗੁਣਨਖੰਡ ਵਿਧੀ ਦੀ। ਅਭਾਜ ਗੁਣਨਖੰਡ ਵਿਧੀ, ਇਸ ਦੇ ਬਾਰੇ ਚਰਚਾ ਕਰਾਂਗੇ, ਜਿਹਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ। ਕੀ ਕਹਿੰਦੇ ਆ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ।
ਅਭਾਜ ਗੁਣਨਖੰਡ ਵਿਧੀ ਨੂੰ ਕਹਿੰਦੇ ਆ। ਠੀਕ ਹੈ, ਇਸ ਦੇ ਵਿੱਚ ਕੁਐਸਚਨ ਕਿਸ ਤਰ੍ਹਾਂ ਦੇ ਪੁੱਛੇ ਜਾਂਦੇ ਆ ਉਹਨਾਂ ਦੇ ਉੱਪਰ ਆਪਾਂ ਡਿਸਕਸ ਕਰਦੇ ਆ। ਕੁਐਸਚਨ ਨੂੰ ਹੀ ਡਾਇਰੈਕਟ ਲੈਂਦੇ ਆ ਕਿਉਂਕਿ ਥਿਓਰੈਟੀਕਲ ਜੋ ਪੋਰਸ਼ਨ ਹੈ ਉਹ ਆਪਾਂ ਬੇਸਿਕਲੀ ਕਵਰ ਕਰ ਚੁੱਕੇ ਆ। ਸੋ ਇੱਕ ਕੁਐਸਚਨ ਹੈ, ਕੁਐਸਚਨ ਇਹ ਹੈ ਕਿ ਦੋ ਸੰਖਿਆਵਾਂ ਨੇ, ਇੱਕ ਹੈ 6 ਅਤੇ 20, 6 ਅਤੇ 20 ਹੈ ਦਾ ਅਭਾਜ ਗੁਣਨਖੰਡ ਵਿਧੀ ਨਾਲ ਦਾ ਇਸ ਵਿਧੀ ਨਾਲ ਕੀ ਹੈ HCF ਅਤੇ LCM ਪਤਾ ਕਰੋ। 6 ਅਤੇ 20 ਦੋ ਸੰਖਿਆਵਾਂ ਨੇ, ਇਹਨਾਂ ਦਾ ਅਭਾਜ ਗੁਣਨਖੰਡ ਵਿਧੀ ਨਾਲ HCF ਅਤੇ LCM ਪਤਾ ਕਰੋ। ਸੋ ਤੁਸੀਂ ਅਗਰ ਕਰਨਾ ਹੋਏ ਤਾਂ ਕਰ ਸਕਦੇ ਹੋ, ਅਦਰਵਾਈਜ਼ ਬਾਕੀਆਂ ਦੇ ਲਈ ਮੈਂ ਸੋਲਵ ਕਰਕੇ ਦੱਸ ਰਿਹਾ ਕਿ ਇਹਦਾ ਅਭਾਜ ਗੁਣਨਖੰਡ ਵਿਧੀ ਨਾਲ ਕਿਵੇਂ ਕਰਦੇ ਆ। ਸਭ ਤੋਂ ਪਹਿਲਾਂ ਸਭ ਨੂੰ ਪਤਾ ਹੈ ਕਿ ਫੈਕਟਰ ਇਹਦੇ ਕੱਢੇ ਜਾਂਦੇ ਆ। ਫੈਕਟਰ ਕੱਢਣ ਲਈ ਦੋ ਸੰਖਿਆਵਾਂ ਦਿੱਤੀਆਂ, ਇੱਕ 6 ਹੈ ਔਰ ਦੂਸਰੀ ਕੀ ਹੈ 20 ਹੈ। ਕੀ ਹੋ ਰਿਹਾ, ਇੱਕ ਸੰਖਿਆ 6 ਹੈ ਔਰ ਦੂਸਰੀ ਕੀ ਹੈ 20 ਹੈ। ਠੀਕ ਹੈ, 6 ਦੇ ਫੈਕਟਰ ਕੀ ਬਣਨਗੇ 2 into 3। ਠੀਕ ਹੈ, ਔਰ 20 ਦੇ ਫੈਕਟਰ ਕੀ ਬਣਨਗੇ 2 into 2 into 5। ਠੀਕ ਹੈ, 2 ਦੂਣਾ 4 ਔਰ 4 ਨੂੰ 5 ਨਾਲ ਮਲਟੀਪਲਾਈ ਕਰਾਂਗੇ ਤਾਂ 20 ਆ ਜਾਏਗਾ। ਸੋ HCF ਕੀ ਹੁੰਦਾ ਹੈ, ਸਭ ਨੂੰ ਪਤਾ ਹੈ ਕਿ ਜੋ ਹਾਈਐਸਟ ਕਾਮਨ ਫੈਕਟਰ ਹੁੰਦਾ ਹੈ, ਹਾਈਐਸਟ ਕਾਮਨ ਫੈਕਟਰ ਇਹਨਾਂ ਦੇ ਵਿੱਚ ਕੀ ਹੈ 2 ਹੀ ਹੈ ਇੱਕ। ਠੀਕ ਹੈ, ਸੋ HCF ਕੀ ਆ ਜਾਏਗਾ 2। ਓਕੇ, ਔਰ LCM ਕੀ ਹੁੰਦਾ ਹੈ, LCM ਉਹ ਹੁੰਦਾ ਹੈ ਜੋ ਸੰਖਿਆਵਾਂ ਵਿੱਚ ਆਏ ਹਰ ਇੱਕ ਅਭਾਜ ਗੁਣਨਖੰਡ ਦੀ ਵੱਡੀਆਂ ਘਾਤਾਂ ਦਾ ਗੁਣਨਫਲ ਹੋਏਗਾ। ਸੋ ਵੱਡੀਆਂ ਘਾਤਾਂ ਕੀ ਨੇ, 2 ਕਿੰਨੀ ਵਾਰੀ ਆ ਰਿਹਾ 2 ਵਾਰੀ। LCM ਕੀ ਕਰਾਂਗੇ ਆਪਾਂ 2 into 2, ਮਤਲਬ ਜੋ ਵੀ ਵੱਡੀ ਘਾਤ ਹੈ 2 ਦੀ ਪਾਵਰ 2 ਹੈ ਨਾ। ਓਕੇ, ਔਰ 3 ਦੀ ਪਾਵਰ 1 ਹੈ into 3 ਔਰ 5 ਵੀ ਆ ਰਿਹਾ, ਇਹਨੂੰ ਕੀ ਹੈ ਮਲਟੀਪਲਾਈ ਕਰ ਦਾਂਗੇ। LCM ਕੀ ਆ ਜਾਏਗਾ ਇਹਦੇ ਤੋਂ ਕਰਨ ਤੋਂ ਬਾਅਦ 60, ਮਤਲਬ 60 ਕੀ ਹੈ LCM ਆ ਰਿਹਾ। ਠੀਕ ਹੈ, LCM ਕੀ ਆ ਰਿਹਾ 60 ਆ ਰਿਹਾ। ਜਦੋਂ ਇਸ ਨੂੰ ਤੁਸੀਂ ਮਲਟੀਪਲਾਈ ਕਰਕੇ ਦੇਖੋਗੇ ਤਾਂ ਕੀ ਆਏਗਾ 60 ਹੀ ਆਏਗਾ। 3 5 15, 15 ਦੂਣਾ 30 ਔਰ 30 ਦੂਣਾ 60। ਓਕੇ, ਇਹ ਕੀ ਹੈ LCM ਹੈ ਔਰ HCF ਹੈ। HCF ਕੀ ਹੁੰਦਾ ਹੈ, HCF ਕੀ ਹੁੰਦਾ ਹੈ ਕਿ ਸੰਖਿਆਵਾਂ ਦਾ ਹਰ ਇੱਕ ਸਾਂਝੇ ਅਭਾਜ ਗੁਣਨਖੰਡ ਦੀ ਸਭ ਤੋਂ ਛੋਟੀ ਘਾਤ, ਮਤਲਬ ਹਾਈਐਸਟ ਕਾਮਨ ਫੈਕਟਰ। ਠੀਕ ਹੈ, ਔਰ LCM ਕੀ ਹੁੰਦਾ ਹੈ, ਸੰਖਿਆਵਾਂ ਵਿੱਚ ਆਏ ਹਰ ਇੱਕ ਅਭਾਜ ਗੁਣਨਖੰਡ। ਹਰ ਇੱਕ ਅਭਾਜ ਗੁਣਨਖੰਡ ਮਤਲਬ ਜੋ 2 2 ਔਰ 3 ਔਰ 5 ਆ ਰਹੇ ਸੀ, ਇਹ ਕੀ ਆ ਪ੍ਰਾਈਮ ਫੈਕਟਰ ਨੇ, ਸਾਰੇ ਕੀ ਨੇ ਪ੍ਰਾਈਮ ਫੈਕਟਰ ਨੇ। ਤੋਂ ਸਭ ਤੋਂ ਵੱਡੀਆਂ ਘਾਤਾਂ ਦਾ ਗੁਣਨਫਲ ਹੁੰਦਾ ਹੈ, ਮਤਲਬ 2 ਦੀ ਘਾਤ ਕੀ ਹੈ 2 ਆ ਰਹੀ ਹੈ ਔਰ 3 ਦੀ 1 ਹੈ ਔਰ 5 ਦੀ ਵੀ 1 ਹੈ। ਔਰ HCF ਦੇ ਵਿੱਚ ਕਿੰਨੀ ਆ ਰਹੀ ਸੀ 6 ਦੀ ਕੀ ਆ ਰਹੀ ਸੀ 2 into 3। ਸੋ 2 ਨੂੰ 2 ਦੀ ਪਾਵਰ ਇੱਥੇ 1 ਹੈ, ਇੱਥੇ ਕਿੰਨੀ ਹੈ 2 ਹੈ। ਸੋ ਆਪਾਂ ਕੀ ਲਾਂਗੇ 2 ਦੀ ਪਾਵਰ ਜੋ ਵੱਡੀ ਹੈ ਉਹਨੂੰ ਲਾਂਗੇ। ਠੀਕ ਹੈ, 3 ਇੱਥੇ ਵੀ 1 ਹੈ ਇੱਥੇ ਵੀ 1 ਹੈ, ਸੋ 3 ਨੂੰ ਤਾਂ ਇੱਕ ਵਾਰੀ ਲਾਂਗੇ ਔਰ 5 ਉੱਥੇ ਹੈ ਨਹੀਂ ਤਾਂ 5 ਇੱਕ ਵਾਰੀ ਹੈ ਤਾਂ 5 ਨੂੰ ਹੀ ਲੈ ਲਿਆ। ਇਹ ਕੀ ਹੈ HCF ਔਰ LCM ਕੱਢਣ ਦਾ ਤਰੀਕਾ। ਸੋ ਇਹ ਅਭਾਜ ਗੁਣਨਖੰਡ ਰਾਹੀਂ ਜਦੋਂ ਆਪਾਂ HCF ਔਰ LCM ਕੱਢਦੇ ਹਾਂ ਤਾਂ ਆਪਾਂ ਨੂੰ ਇੱਕ ਚੀਜ਼ ਮਿਲਦੀ ਹੈ। ਮੰਨ ਲਓ ਕਿ ਦੋ ਸੰਖਿਆਵਾਂ ਸੀ 6 ਅਤੇ 20, 6 ਅਤੇ 20 ਦਾ HCF, ਠੀਕ ਹੈ, ਇਨਟੂ LCM 6 ਅਤੇ 20 ਦਾ, ਇਹ ਕਿਹਦੇ ਇਕੁਅਲ ਹੁੰਦਾ ਹੈ 6 into 20 ਦੇ ਹੀ ਹੁੰਦਾ ਹੈ ਇਕੁਅਲ 6 into 20 ਦੇ। ਜਦੋਂ ਦੋ ਸੰਖਿਆਵਾਂ ਦਿੱਤੀਆਂ ਹੋਣ, ਕੋਈ ਵੀ ਦੋ ਸੰਖਿਆਵਾਂ ਹੋਣ, ਇੱਥੇ ਕੋਈ ਵੀ ਲੈ ਸਕਦੇ ਹੋ ਕੋਈ ਵੀ ਕੁਐਸਚਨ ਆਏ ਤਾਂ, ਜਦੋਂ ਦੋ ਸੰਖਿਆਵਾਂ ਦਿੱਤੀਆਂ ਹੋਣ ਔਰ ਉਹਨਾਂ ਦਾ HCF ਔਰ LCM ਕੱਢਣ ਨੂੰ ਕਿਹਾ ਜਾਏ, ਉਹ HCF ਔਰ LCM ਕਿਹਦੇ ਇਕੁਅਲ ਹੋਏਗਾ ਦੋਵਾਂ ਸੰਖਿਆਵਾਂ ਦੀ ਗੁਣਾ ਦੇ ਇਕੁਅਲ। HCF ਆਪਾਂ ਕਿੰਨਾ ਕੱਢਿਆ ਸੀ 2 ਔਰ LCM ਕਿੰਨਾ ਕੱਢਿਆ ਸੀ ਆਪਾਂ 60। ਦੋਵੇਂ ਇਕੁਅਲ ਹੈ ਜਾਂ ਨਹੀਂ ਕਰਕੇ ਦੇਖ ਲਓ ਗੁਣਾ। ਇਹਦਾ ਵੀ 120 ਹੈ ਔਰ ਇਹਦਾ ਵੀ 120 ਹੈ, ਕੀ ਹੈ ਦੋਨੇ ਇਕੁਅਲ ਨੇ। ਠੀਕ ਹੈ, ਇਹ ਜੋ ਟ੍ਰਿਕ ਹੈ ਇਹ ਅੱਗੇ ਕੁਐਸਚਨ ਦੇ ਵਿੱਚ ਤੁਹਾਨੂੰ ਮਦਦ ਕਰੇਗੀ। ਸੋ ਇਹ ਇੱਕ ਤਰ੍ਹਾਂ ਦਾ ਫਾਰਮੂਲਾ ਹੈ ਜਿਸ ਨੂੰ ਤੁਸੀਂ ਨੋਟ ਕਰਨਾ ਹੈ। ਮੈਂ ਲਿਖਵਾ ਰਿਹਾ, ਕਿਸੇ ਵੀ ਦੋ ਧਨਾਤਮਕ ਸੰਪੂਰਨ ਸੰਖਿਆਵਾਂ, ਦੋ ਧਨਾਤਮਕ ਸੰਪੂਰਨ ਸੰਖਿਆਵਾਂ ਮੰਨ ਲਓ ਕੋਈ A ਹੈ ਇੱਕ ਅਤੇ B,
ਕੋਈ ਵੀ ਦੋ ਧਨਾਤਮਕ ਸੰਪੂਰਨ ਸੰਖਿਆਵਾਂ a ਅਤੇ b ਦੇ ਲਈ HCF ਜੋ ਹੋਏਗਾ a ਅਤੇ b ਦਾ HCF ਅਤੇ ਉਸ ਦਾ LCM ਮਲਟੀਪਲਾਈ ਕਰਾਂਗੇ ਆਪਾਂ, ਠੀਕ ਹੈ। LCM a ਅਤੇ b ਕਿਹਦੇ ਇਕੁਅਲ ਹੋਏਗਾ, a ਇੰਟੂ b ਦੇ, ਕਿਹਦੇ ਇਕੁਅਲ ਹੋਏਗਾ a ਇੰਟੂ b ਦੇ। ਓਕੇ, ਇਹ ਯਾਦ ਰੱਖਣਾ ਹੈ, ਇਸ ਨੂੰ ਤੁਸੀਂ ਨੋਟ ਕਰ ਲੈਣਾ। ਮੈਂ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਰਿਹਾ, ਦੋ ਧਨਾਤਮਕ ਸੰਪੂਰਨ ਸੰਖਿਆਵਾਂ a ਅਤੇ b ਦੇ HCF ਮਤਲਬ a ਅਤੇ b ਦਾ HCF ਇੰਟੂ ਮਤਲਬ ਮਲਟੀਪਲਾਈ LCM a ਅਤੇ b ਦਾ। ਓਕੇ, ਇਹ ਕਿਹਦੇ ਇਕੁਅਲ ਹੋਏਗਾ, a ਇੰਟੂ b ਦੇ, ਮਤਲਬ ਜੋ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਠੀਕ ਹੈ। ਸੋ ਇੱਕ ਹੋਰ ਕੁਐਸਚਨ ਲੈਂਦੇ ਆ ਤਾਂ ਕਿ ਤੁਹਾਨੂੰ ਇਹ ਜੋ ਹੈ ਸਮਝ ਆ ਜਾਏ ਪੂਰੀ ਤਰ੍ਹਾਂ। 96 ਅਤੇ 404 ਦਾ HCF ਅਤੇ LCM ਪਤਾ ਕਰੋ। ਦੋ ਸੰਖਿਆਵਾਂ ਦਿੱਤੀਆਂ ਹੋਈਆਂ ਨੇ, 96 ਅਤੇ 404 ਦਾ HCF ਅਤੇ LCM ਪਤਾ ਕਰੋ। ਪਹਿਲਾਂ HCF ਪਤਾ ਕਰੋ, ਫਿਰ LCM ਪਤਾ ਕਰੋ। ਕਿਸੇ ਨੇ ਸੋਲਵ ਕਰਨਾ ਹੋਏ ਤਾਂ ਉਹ ਕਰ ਸਕਦਾ, ਅਦਰਵਾਈਜ਼ ਮੈਂ ਇਸ ਨੂੰ ਸੋਲਵ ਕਰਕੇ ਦੱਸ ਰਿਹਾ। ਜਦੋਂ ਆਪਾਂ 96 ਦੇ ਫੈਕਟਰ ਬਣਾਵਾਂਗੇ ਤਾਂ ਕੀ ਫੈਕਟਰ ਨਿਕਲ ਕੇ ਆਣਗੇ, 2 ਦੀ ਪਾਵਰ 5 ਇੰਟੂ 3। ਤੁਸੀਂ ਇਸ ਤਰ੍ਹਾਂ ਕੀ ਹੈ ਫੈਕਟਰ ਬਣਾ ਕੇ ਦੇਖ ਸਕਦੇ ਹੋ, ਠੀਕ ਹੈ। ਜਿੱਥੇ ਤੱਕ ਜਦੋਂ ਤੱਕ ਇੱਕ ਨਹੀਂ ਆਉਂਦਾ ਥੱਲੇ ਤੱਕ, ਤਾਂ ਇਹਨੂੰ ਆਪਾਂ ਜਦੋਂ ਇਸ ਤਰ੍ਹਾਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਇਹ ਫੈਕਟਰ ਨਿਕਲ ਕੇ ਆ ਜਾਣਗੇ। ਓਕੇ, ਐਵੇਂ ਹੀ 404 ਦੇ ਫੈਕਟਰ ਕੀ ਹੋਣਗੇ, 2 ਦੀ ਪਾਵਰ 2 ਇੰਟੂ 101। ਇਹ ਕੀ ਆ, 404 ਦੇ ਫੈਕਟਰ ਆ। ਸੋ HCF ਕੀ ਹੋਏਗਾ, HCF ਤਾਂ ਉਹੀ ਹੁੰਦਾ ਜੋ ਹਾਈਐਸਟ ਕਾਮਨ ਫੈਕਟਰ ਹੁੰਦਾ, ਔਰ ਹਾਈਐਸਟ ਕਾਮਨ ਫੈਕਟਰ ਕਿਹੜਾ ਹੋਏਗਾ, 2 ਦੀ ਪਾਵਰ 2, 2 ਦੀ ਪਾਵਰ 2, ਠੀਕ ਹੈ। ਸੋ HCF ਕਿੰਨਾ ਆ ਗਿਆ, 4 ਆ ਗਿਆ। HCF ਕਿੰਨਾ ਆ ਗਿਆ, 4 ਆ ਗਿਆ, ਠੀਕ ਹੈ। ਹੁਣ ਆਪਾਂ LCM ਕੱਢਣਾ ਹੈ। LCM ਆਪਾਂ ਇੱਥੋਂ ਗੁਣਾ ਕਰਾਂਗੇ ਤਾਂ ਗੁਣਾ ਕੀ ਹੈ, ਲੰਬੀ ਹੋ ਜਾਏਗੀ। ਕੀ ਹੈ, 2 ਨੂੰ 5 ਵਾਰੀ ਗੁਣਾ ਕਰਾਂਗੇ, ਫਿਰ 3 ਨਾਲ ਗੁਣਾ ਕਰਾਂਗੇ, ਫਿਰ 101 ਨਾਲ ਗੁਣਾ ਕਰਾਂਗੇ, ਤਾਂ ਇਹ ਕੀ ਹੈ, ਲੰਬੀ ਹੋ ਰਹੀ ਹੈ ਗੁਣਾ। ਇਹਦੇ ਤੇ ਕੀ ਹੈ, ਟਾਈਮ ਜ਼ਿਆਦਾ ਲੱਗ ਰਿਹਾ। ਸੋ ਆਪਾਂ ਕੀ ਕਰਾਂਗੇ, ਪਿਛਲਾ ਫਾਰਮੂਲਾ ਯੂਜ਼ ਕਰਾਂਗੇ। ਪਿਛਲਾ ਫਾਰਮੂਲਾ ਕੀ ਸੀ, ਕਿ HCF ਇੰਟੂ LCM ਇਜ਼ ਇਕੁਅਲ ਟੂ ਜੋ ਦੋ ਸੰਖਿਆਵਾਂ ਨੇ A ਇੰਟੂ B, ਠੀਕ ਹੈ। ਹੁਣ ਆਪਾਂ ਇੱਥੇ ਵੈਲਿਊ ਪੁੱਟ ਕਰਾਂਗੇ। HCF ਆਪਣੇ ਕੋਲ ਕਿੰਨਾ ਆਇਆ ਸੀ, 4, ਠੀਕ ਹੈ। ਔਰ LCM ਆਪਾਂ ਪਤਾ ਕਰਨਾ ਹੈ। A ਦੀ ਵੈਲਿਊ ਕਿੰਨੀ ਹੈ, 96, ਔਰ B ਕਿੰਨਾ ਹੈ, 404। ਜਦੋਂ ਆਪਾਂ 4 ਨੂੰ ਚੱਕ ਕੇ ਇੱਧਰ ਲਿਆਵਾਂਗੇ ਤਾਂ ਡਿਵਾਈਡ ਦੇ ਵਿੱਚ ਜਾਏਗਾ, ਔਰ ਡਿਵਾਈਡ ਕਰਾਂਗੇ ਤਾਂ ਈਜ਼ਲੀ ਕੀ ਹੈ, 101 ਤੇ ਕੱਟਿਆ ਜਾਏਗਾ, ਔਰ 101 ਨੂੰ 96 ਨਾਲ ਕੀ ਹੈ, ਮਲਟੀਪਲਾਈ ਕਰੋ ਤਾਂ ਕੀ ਆ ਜਾਏਗਾ, 9696। ਇਹ ਇਸ ਦਾ ਆਨਸਰ ਆ ਜਾਏਗਾ, ਠੀਕ ਹੈ। ਇੱਕ ਹੋਰ ਕੁਐਸਚਨ ਲੈਂਦੇ ਆ ਤਾਂ ਕਿ ਤੁਹਾਨੂੰ ਹੋਰ ਤਰੀਕੇ ਨਾਲ ਕੀ ਹੈ ਚੰਗੀ ਤਰ੍ਹਾਂ ਸਮਝ ਆ ਜਾਏ। ਹੁਣ ਸੰਖਿਆਵਾਂ 2 ਨਹੀਂ 3 ਨੇ, ਇਹ ਧਿਆਨ ਇਹ 'ਚ ਰੱਖਣਾ। ਪਹਿਲੀ ਸੰਖਿਆ 6, ਦੂਸਰੀ ਹੈ 72, ਤੀਸਰੀ ਹੈ 120। ਇਹਨਾਂ ਦਾ ਕੀ ਕਰਨਾ ਹੈ, HCF ਪਤਾ ਕਰਨਾ ਹੈ ਔਰ LCM ਪਤਾ ਕਰਨਾ ਹੈ। ਇਹਨਾਂ ਦਾ ਕੀ ਕਰਨਾ ਹੈ, HCF ਪਤਾ ਕਰਨਾ ਹੈ ਔਰ LCM ਪਤਾ ਕਰਨਾ ਹੈ। ਸੋ ਇਹਨਾਂ ਦੇ ਵਿੱਚ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਇਹ ਉਹੀ ਕਰਾਂਗੇ ਕੰਮ ਜੋ ਆਪਾਂ ਕਰਦੇ ਹਾਂ, ਫੈਕਟਰ ਬਣਾਉਂਦੇ ਹਾਂ। 2 ਇੰਟੂ 3, 72 ਦੇ ਫੈਕਟਰ ਕੀ ਬਣਨਗੇ, 2 ਦੀ ਪਾਵਰ 3 ਔਰ 3 ਦੀ ਪਾਵਰ ਵੀ 3, ਔਰ 120 ਦੇ ਫੈਕਟਰ ਕੀ ਬਣਨਗੇ, 2 ਦੀ ਪਾਵਰ 3 ਇੰਟੂ 3 ਇੰਟੂ 5। ਇਹ ਕੀ ਆ, ਫੈਕਟਰ ਬਣ ਗਏ। ਹੁਣ ਆਪਾਂ HCF ਕਿਵੇਂ ਪਤਾ ਕਰਦੇ ਹਾਂ, ਸਭ ਨੂੰ ਪਤਾ ਹੈ ਕਿ HCF ਜੋ ਹੈ ਹਾਈਐਸਟ ਕਾਮਨ ਫੈਕਟਰ ਹੈ। ਸੋ ਹਾਈਐਸਟ ਕਾਮਨ ਦੇ ਫੈਕਟਰ ਦੇ ਵਿੱਚ ਕੀ ਆ ਰਿਹਾ, ਇੱਥੇ 2 ਜੋ ਹੈ ਇੱਕ ਵਾਰੀ ਹੈ, ਇੱਥੇ 2 3 ਵਾਰੀ ਹੈ, ਇੱਥੇ ਵੀ 3 ਵਾਰੀ ਹੈ। ਸੋ ਆਪਾਂ ਕੀ ਕਰਾਂਗੇ ਜੋ ਇੱਕ ਵਾਰੀ ਹੈ ਉਹਨੂੰ ਲਿਖ ਲਾਂਗੇ। ਇੱਥੇ 3 ਇੱਕ ਵਾਰੀ ਹੈ, ਇੱਥੇ 3 ਦੀ ਪਾਵਰ 3 ਹੈ, ਇੱਥੇ ਵੀ 3 ਇੱਕ ਹੈ, ਇੱਥੇ 5 ਹੈ, ਇੱਥੇ 5 ਕੀ ਹੈ, ਆਇਆ ਨਹੀਂ, ਨਾ ਹੀ 6 ਦੇ ਵਿੱਚ 5 ਆਇਆ। ਸੋ HCF ਕਿੰਨਾ ਆ ਗਿਆ, 6 ਆ ਗਿਆ। HCF ਕਿੰਨਾ ਆ ਗਿਆ, 6 ਆ ਗਿਆ, ਠੀਕ ਹੈ। ਹੁਣ ਕੀ ਕਰਾਂਗੇ, LCM ਕੱਢਾਂਗੇ। ਫਾਰਮੂਲਾ ਤਾਂ ਆਪਾਂ ਨੂੰ ਇਹ ਮਿਲਿਆ ਸੀ ਕਿ ਦੋ ਸੰਖਿਆਵਾਂ ਦਿੱਤੀਆਂ ਹੋਣ, ਇੱਥੇ ਤਾਂ ਆ ਗਈਆਂ 3। ਹੁਣ ਆਪਾਂ ਕੀ ਕਰਾਂਗੇ,
ਫੈਕਟਰ ਦੇ ਥਰੂ ਹੀ ਚੱਲਾਂਗੇ, ਕਿਉਂਕਿ ਉਹ ਫਾਰਮੂਲਾ 3 ਸੰਖਿਆਵਾਂ ਦੇ ਉੱਪਰ ਕੰਮ ਨਹੀਂ ਕਰਦਾ। ਠੀਕ ਹੈ, ਇਹ ਨਾ ਹੋਏ ਕਿ ਕਿੱਧਰ ਤੁਸੀਂ 3 ਸੰਖਿਆਵਾਂ ਦੇ ਉੱਪਰ ਉਹ ਫਾਰਮੂਲਾ ਲਗਾ ਦਿਓ ਤਾਂ ਕੀ ਹੈ, ਪੂਰਾ ਕੁਐਸਚਨ ਦਾ ਆਨਸਰ ਹੀ ਗਲਤ ਕਰ ਦੋਗੇ। ਸੋ ਆਪਾਂ ਕੀ ਕਰਾਂਗੇ, ਐਲਸੀਐਮ ਕੱਢਣ ਲਈ ਤਿੰਨੇ ਸੰਖਿਆਵਾਂ ਦੇ ਫੈਕਟਰਾਂ ਨੂੰ ਗੁਣਾ ਕਰਾਂਗੇ, ਜੋ 6, 72 ਔਰ 120 ਦੇ ਦਿੱਤੇ ਹੋਏ ਆ। ਸੋ ਕਿਹੜੇ ਕਿਹੜੇ ਫੈਕਟਰ ਸੀ, 6 ਦਾ 2 into 3, 72 ਦਾ 2 ਦੀ ਪਾਵਰ 3 ਔਰ 3 ਦੀ ਪਾਵਰ 2, ਠੀਕ ਹੈ, ਔਰ 120 ਦਾ ਕਿੰਨਾ ਸੀ, 2 ਦੀ ਪਾਵਰ 3, 3 into 5। ਸੋ ਇਹਨਾਂ ਦੇ ਵਿੱਚ ਹਾਈਐਸਟ ਕਾਮਨ ਜੋ ਫੈਕਟਰ ਵੇਖਣੇ ਆ, 2 ਦੀ ਪਾਵਰ 3 ਆ ਰਿਹਾ ਇੱਥੇ। ਸੋ ਐਲਸੀਐਮ ਦੇ ਵਿੱਚ ਕੀ ਲਿਖਾਂਗੇ, 2 ਦੀ ਪਾਵਰ 3। ਇੱਥੇ ਕੀ ਹੈ, 3 ਦੀ ਪਾਵਰ 2 ਹੈ, ਇੱਥੇ 3 ਦੀ ਪਾਵਰ 1 ਹੈ, ਇੱਥੇ ਵੀ 3 ਦੀ ਪਾਵਰ 1 ਹੈ। ਸੋ ਆਪਾਂ ਕੀ ਕਰਾਂਗੇ, 3 ਦੀ ਪਾਵਰ 2 ਨੂੰ ਚੱਕਾਂਗੇ। ਸੋ ਇੱਥੇ 5 ਹੈ, 5 ਬਾਕੀਆਂ 'ਚ ਹੈ ਨਹੀਂ, ਸੋ 1 ਹੀ ਰਹੇਗੀ ਪਾਵਰ। ਜਦੋਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਆਏਗਾ, 360। ਸੋ ਐਲਸੀਐਮ ਕਿੰਨਾ ਆ ਗਿਆ, 360 ਆਏਗਾ। ਔਰ HCF ਕਿੰਨਾ ਸੀ ਇਸ ਦਾ, HCF ਕਿੰਨਾ ਸੀ, 6। ਓਕੇ, HCF 6 ਸੀ ਔਰ LCM 360 ਹੈ। ਸੋ ਇਹ ਯਾਦ ਰੱਖਣਾ ਕਿ ਜਦੋਂ 3 ਸੰਖਿਆਵਾਂ ਦਿੱਤੀਆਂ ਹੋਣ ਤਾਂ ਉਹ ਪਿੱਛੇ ਵਾਲਾ ਫਾਰਮੂਲਾ ਕੰਮ ਨਹੀਂ ਕਰੇਗਾ, ਸਿਰਫ ਉਹ ਉਦੋਂ ਕਰੇਗਾ ਜਦੋਂ A ਅਤੇ B ਦਿੱਤੀਆਂ ਹੋਣ। A ਅਤੇ B ਮਤਲਬ 2 ਸੰਖਿਆਵਾਂ ਦਿੱਤੀਆਂ ਹੋਣ। ਠੀਕ ਹੈ, 3 ਸੰਖਿਆਵਾਂ ਵੇਲੇ ਉਹ ਫਾਰਮੂਲਾ ਕੰਮ ਨਹੀਂ ਕਰੇਗਾ, ਈਜ਼ੀ ਵੇ ਨਾਲ ਕੱਢਣ ਦਾ ਤੁਹਾਨੂੰ। ਓਕੇ, ਸੋ ਇਹ ਚੀਜ਼ ਇੱਕ ਚੀਜ਼ ਪਹਿਲਾਂ ਦੱਸ ਚੁੱਕਿਆ ਮੈਂ ਕਿ ਜੋ ਰੈਸ਼ਨਲ ਨੰਬਰ ਨੇ ਔਰ ਜੋ ਇਰਰੈਸ਼ਨਲ ਨੰਬਰ ਨੇ, ਇਹਨਾਂ ਦੇ ਮੇਲ ਤੋਂ ਕੀ ਬਣਦੇ ਆ, ਰੀਅਲ ਨੰਬਰ ਬਣਦੇ ਆ। ਠੀਕ ਹੈ, ਸੋ ਇਹ ਚੀਜ਼ ਨੂੰ ਵੀ ਯਾਦ ਰੱਖਣਾ, ਕਥਨ ਦੇ ਵਿੱਚ ਪੁੱਛ ਸਕਦਾ ਕਿ ਰੀਅਲ ਨੰਬਰ ਦੇ ਵਿੱਚ ਕੀ ਕੀ ਆਉਂਦਾ ਹੈ। ਰੀਅਲ ਨੰਬਰ ਦੇ ਵਿੱਚ ਰੈਸ਼ਨਲ ਨੰਬਰ ਮਤਲਬ ਪਰਿਮੇਜ ਸੰਖਿਆਵਾਂ ਔਰ ਇਰਰੈਸ਼ਨਲ ਨੰਬਰ ਮਤਲਬ ਅਪਰਿਮੇਜ ਸੰਖਿਆਵਾਂ ਮਿਲ ਕੇ ਕੀ ਬਣਾਉਂਦੀਆਂ ਨੇ, ਰੀਅਲ ਨੰਬਰ। ਰੀਅਲ ਨੰਬਰ ਮਤਲਬ ਵਾਸਤਵਿਕ ਨੰਬਰ। ਠੀਕ ਹੈ, ਸੋ ਇਹ ਵੀ ਦੱਸ ਚੁੱਕਿਆ ਕਿ ਅਪਰਿਮੇਜ ਸੰਖਿਆਵਾਂ ਮਤਲਬ ਇਰਰੈਸ਼ਨਲ ਨੰਬਰ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ, 2 ਦਾ ਸਕੁਅਰ ਰੂਟ, 3 ਦਾ ਔਰ 5 ਦਾ ਔਰ 7 ਦਾ, ਮਤਲਬ ਜਿਨ੍ਹਾਂ ਦੇ ਸਿੱਧਾ ਸਿੱਧਾ ਕੀ ਹੈ, ਸਕੁਅਰ ਰੂਟ ਨਾ ਕੱਢੇ ਜਾ ਸਕਣ। ਫੋਰ ਐਗਜ਼ਾਮਪਲ 4 ਦਾ ਸਕੁਅਰ ਰੂਟ ਹੈ, 3 ਦਾ ਕੀ ਆਏਗਾ, 2 ਆ ਜਾਏਗਾ, ਕਿਉਂਕਿ 2 ਦੀ ਪਾਵਰ 2 ਕਰਾਂਗੇ, ਸਕੁਅਰ ਰੂਟ ਕੱਟਿਆ ਜਾਏਗਾ। ਠੀਕ ਹੈ, ਸੋ ਕੀ ਹੈ, 2 ਆ ਜਾਏਗਾ। ਇਹਨਾਂ ਦੇ ਕੀ ਹੈ, ਸਕੁਅਰ ਰੂਟ ਰਹਿਣਗੇ। ਜਿੰਨੇ ਵੀ ਪ੍ਰਾਈਮ ਨੰਬਰ ਹੋਣਗੇ ਉਹਨਾਂ ਦਾ ਜਦੋਂ ਆਪਾਂ ਸਕੁਅਰ ਰੂਟ ਕਰਦੇ ਹਾਂ ਤਾਂ ਉਹ ਕੀ ਹੋਣਗੇ, ਇਰਰੈਸ਼ਨਲ ਨੰਬਰ ਹੋਣਗੇ। ਠੀਕ ਹੈ, ਸੋ ਇਹਨੂੰ ਆਪਾਂ ਕਿਸ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ, ਉਹ ਮੈਂ ਬੋਲ ਦਿੰਨਾ। ਸੰਖਿਆਵਾਂ ਐਸ ਅਪਰਿਮੇਜ ਸੰਖਿਆਵਾਂ ਮਤਲਬ ਇਰਰੈਸ਼ਨਲ ਨੰਬਰ ਉਦੋਂ ਕਹਾਉਂਦੀਆਂ ਨੇ ਜੇਕਰ P ਅਤੇ Q, P/Q ਲਿਖਿਆ ਨਾ ਹੋਵੇ। ਕੀ ਹੈ, ਇਸ ਤਰੀਕੇ ਨਾਲ ਨਾ ਲਿਖਿਆ ਹੋਣ, ਇਸ ਤਰੀਕੇ ਨਾਲ ਲਿਖੀਆਂ ਹੋਣਗੀਆਂ ਤਾਂ ਕੀ ਹੋਣਗੀਆਂ, ਰੈਸ਼ਨਲ ਨੰਬਰ ਹੋਣਗੀਆਂ। ਠੀਕ ਹੈ, ਜਦੋਂ Q ਕੀ ਹੈ, ਨੋਟ ਇਕੁਅਲ ਟੂ 0 ਹੋਏਗਾ ਤਾਂ ਰੈਸ਼ਨਲ ਨੰਬਰ ਹੋਣਗੇ। ਠੀਕ ਹੈ, ਸੋ ਇਰਰੈਸ਼ਨਲ ਨੰਬਰ ਦੇ ਵਿੱਚ ਇੱਕ ਤਾਂ ਪਾਈ ਵੀ ਆਉਂਦਾ ਹੈ। ਠੀਕ ਹੈ, ਔਰ -2 ਔਰ -3 ਦਾ ਰੂਟ, ਇਹ ਵੀ ਸੰਖਿਆ ਕੀ ਹੈ, ਇਰਰੈਸ਼ਨਲ ਨੰਬਰ ਹੈ। ਇੱਕ ਜੋ ਹੈ 0.101 101 101, ਇਹ ਕੀ ਹੈ, ਇਹ ਵੀ ਇਰਰੈਸ਼ਨਲ ਨੰਬਰ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਅਸ਼ਾਂਤ ਦਸ਼ਮਲਵ ਦਾ ਕੀ ਹੈ, ਪ੍ਰਯੋਗ ਹੋ ਰਿਹਾ। ਅਸ਼ਾਂਤ ਦਸ਼ਮਲਵ ਮਤਲਬ ਡੈਸੀਮਲ ਜਦੋਂ ਆਉਂਦਾ, ਟਰਮੀਨੇਟ ਡੈਸੀਮਲ, ਉਦੋਂ ਕੀ ਹੁੰਦਾ ਕਿ ਇੱਕ ਕੰਡੀਸ਼ਨ ਤੋਂ ਬਾਅਦ ਕੀ ਹੈ, ਸਾਰੇ ਨੰਬਰ ਰਿਪੀਟ ਹੋਣੇ ਸ਼ੁਰੂ ਹੋ ਰਿਹਾ ਹੈ। ਜਿਵੇਂ 101 ਹੈ, ਇਸ ਤੋਂ ਬਾਅਦ ਕੀ ਆ ਰਿਹਾ, 101 ਫੇਰ ਤੋਂ ਆ ਰਿਹਾ, ਫੇਰ ਤੋਂ 101 ਆ ਰਿਹਾ। ਇਹ ਮਤਲਬ ਕੀ ਹੈ, ਅਸ਼ਾਂਤ ਦਸ਼ਮਲਵ ਹੈ। ਠੀਕ ਹੈ, ਸੋ ਆਪਾਂ ਇਹ ਕੀ ਸਿੱਧ ਕਰਦੇ ਹਾਂ, ਕੀ ਸਿੱਟਾ ਨਿਕਲਦਾ ਹੈ ਇਸ ਪੂਰੀ ਚਰਚਾ ਤੋਂ ਬਾਅਦ। ਇੱਕ ਕਥਨ ਹੈ, ਉਸ ਨੂੰ ਨੋਟ ਕਰ ਲੈਣਾ। P ਇੱਕ ਅਭਾਜ ਸੰਖਿਆ ਹੈ, P ਇੱਕ ਅਭਾਜ ਸੰਖਿਆ ਹੈ ਮਤਲਬ ਪ੍ਰਾਈਮ ਨੰਬਰ ਹੈ। ਮਾਰਕ ਨਾ ਕਰੋ ਯਾਰ, ਮੈਂ ਉਹ ਐਨੋਟੇਸ਼ਨ ਲਗਾਉਣਾ ਭੁੱਲ ਗਿਆ। ਠੀਕ ਹੈ, P ਨੋਟ ਕਰ ਲੈਣਾ, ਇਹ ਲਾਈਨ ਮੈਂ ਲਿਖ ਰਿਹਾ। P ਇੱਕ ਅਭਾਜ ਸੰਖਿਆ ਹੈ ਜੇਕਰ P A ਸਕੁਅਰ ਨੂੰ ਭਾਗ ਕਰਦੀ ਹੈ। P ਇੱਕ ਪ੍ਰਾਈਮ ਨੰਬਰ ਹੈ। ਠੀਕ ਹੈ, P ਇੱਕ ਪ੍ਰਾਈਮ ਨੰਬਰ ਹੈ ਔਰ ਜੇਕਰ ਇਹ P A ਸਕੁਅਰ ਨੂੰ ਭਾਗ ਕਰਦਾ ਹੈ ਮਤਲਬ ਡਿਵਾਈਡ ਕਰਦਾ ਹੈ
ਤਾਂ P A ਨੂੰ ਵੀ ਡਿਵਾਈਡ ਕਰੇਗਾ, ਤਾਂ P A ਨੂੰ ਵੀ ਡਿਵਾਈਡ ਕਰੇਗਾ ਜਿੱਥੇ A ਕੀ ਹੈ, ਜਿੱਥੇ A ਕੀ ਹੈ ਪੋਜ਼ਿਟਿਵ ਇੰਟੀਜ਼ਰ ਹੈ। ਠੀਕ ਹੈ, ਇਹ ਟਰਮ ਨੂੰ ਨੋਟ ਕਰ ਲੈਣਾ। ਰਿਪੀਟ ਕਰ ਰਿਹਾ, P ਇੱਕ ਅਭਾਜ ਸੰਖਿਆ ਹੈ। ਜੇਕਰ P A ਸਕੁਏਅਰ ਨੂੰ ਭਾਗ ਕਰਦਾ ਹੈ ਤਾਂ P A ਨੂੰ ਵੀ ਭਾਗ ਕਰੇਗਾ, P A ਨੂੰ ਵੀ ਭਾਗ ਕਰੇਗਾ ਜਿੱਥੇ A ਕੀ ਹੈ ਪੋਜ਼ਿਟਿਵ ਇੰਟੀਜ਼ਰ ਹੈ। ਇਹ ਕਥਨ ਨੂੰ ਨੋਟ ਕਰ ਲੈਣਾ, ਇਹਨੂੰ ਘੁਮਾ ਫਿਰਾ ਕੇ ਕਥਨ ਦੇ ਵਿੱਚ ਪੁੱਛਿਆ ਜਾ ਸਕਦਾ। ਓਕੇ, ਸੋ ਇਹਦੇ ਵਿੱਚ ਅੱਗੇ ਕੁਐਸਚਨ ਦਿੱਤੇ ਹੋਏ ਆ ਕਿ √3 ਨੂੰ ਸਿੱਧ ਕਰੋ ਕਿ ਪਰਮੇਯ ਸੰਖਿਆ ਹੈ ਜਾਂ ਨਹੀਂ। ਇਸ ਤਰ੍ਹਾਂ ਸਿੱਧ ਕਰਨ ਦੇ ਕੁਐਸਚਨ ਜੋ ਹੈ ਉਹ ਨਹੀਂ ਪੁੱਛੇ ਜਾਣਗੇ। ਸੋ ਤੁਸੀਂ ਹੁਣ 2-3 ਕਥਨ ਆ ਉਹ ਨੋਟ ਕਰੋ, ਮੋਸਟ ਇੰਪੋਰਟੈਂਟ ਕਥਨ ਨੇ। ਫਸਟ ਹੈ, ਇੱਕ ਪਰਿਮੇਯ ਸੰਖਿਆ ਮਤਲਬ ਇੱਕ ਰੈਸ਼ਨਲ ਨੰਬਰ ਅਤੇ ਇੱਕ ਅਪਰਿਮੇਯ ਸੰਖਿਆ ਮਤਲਬ ਇੱਕ ਇਰੈਸ਼ਨਲ ਨੰਬਰ ਦਾ ਜੋੜ ਅਤੇ ਘਟਾਓ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ। ਠੀਕ ਹੈ, ਰਿਪੀਟ ਕਰ ਰਿਹਾ ਮੈਂ, ਇੱਕ ਪਰਿਮੇਯ ਸੰਖਿਆ ਅਤੇ ਇੱਕ ਅਪਰਿਮੇਯ ਸੰਖਿਆ ਦਾ ਜੋੜ ਅਤੇ ਘਟਾਓ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ। ਠੀਕ ਹੈ, ਇਹਨੂੰ ਮੈਂ ਦੱਸ ਦਿੰਨਾ ਕਿ ਕਿਵੇਂ ਅਪਰਿਮੇਯ ਸੰਖਿਆ ਹੁੰਦੀ ਹੈ। ਮੰਨ ਲਓ ਇੱਕ ਰੈਸ਼ਨਲ ਨੰਬਰ ਹੈ, ਰੈਸ਼ਨਲ ਨੰਬਰ 2 ਹੈ, ਔਰ ਇੱਕ ਇਰੈਸ਼ਨਲ ਨੰਬਰ ਹੈ, ਇਰੈਸ਼ਨਲ ਨੰਬਰ √3 ਹੈ। ਠੀਕ ਹੈ, ਇਹ ਕਿਵੇਂ, ਇਹਨਾਂ ਦਾ ਜੋੜ ਔਰ ਘਟਾਓ ਕੀ ਹੈ, ਕੀ ਸਿੱਟਾ ਨਿਕਲੇਗਾ, 2 + 3 ਨਿਕਲੇਗਾ ਨਾ, ਸੋਲਵ ਤਾਂ ਹੋ ਹੀ ਨਹੀਂ ਸਕਦਾ। ਇਹਦਾ ਵੀ 2 - 3 ਰੂਟ ਹੀ ਨਿਕਲੇਗਾ। ਇਹ ਕੀ ਟਰਮ ਬਣੇਗੀ, ਇੱਕ ਇਰੈਸ਼ਨਲ ਨੰਬਰ ਬਣੇਗਾ। ਇਹ ਕੀ ਬਣੇਗਾ, ਇੱਕ ਇਰੈਸ਼ਨਲ ਨੰਬਰ ਬਣੇਗਾ। ਸੋ ਇਸ ਨੂੰ ਨੋਟ ਕਰ ਲੈਣਾ, ਇਸ ਟਰਮ ਨੂੰ ਘੁਮਾ ਫਿਰਾ ਕੇ ਪੁੱਛ ਸਕਦੇ ਆ ਕਿ ਕਥਨ ਸਹੀ ਹੈ ਜਾਂ ਨਹੀਂ। ਦੂਸਰੀ ਹੈ, ਉਹ ਵੀ ਮੋਸਟ ਇੰਪੋਰਟੈਂਟ ਹੈ, ਇੱਕ ਸਿਫਰ ਤੋਂ ਬਿਨਾ ਮਤਲਬ 0 ਤੋਂ ਬਿਨਾ ਪਰਿਮੇਯ ਸੰਖਿਆ, 0 ਨੂੰ ਛੱਡ ਕੇ ਜੋ ਵੀ ਪਰਿਮੇਯ ਸੰਖਿਆ ਅਤੇ ਅਪਰਿਮੇਯ ਸੰਖਿਆ ਦਾ ਗੁਣਨਫਲ ਜਾਂ ਭਾਗਫਲ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ। ਮਤਲਬ 0 ਨੂੰ ਛੱਡ ਕੇ ਜਦੋਂ ਵੀ ਰੈਸ਼ਨਲ ਨੰਬਰ ਨੂੰ ਗੁਣਾ ਕਰਦੇ ਹਾਂ ਇਰੈਸ਼ਨਲ ਨੰਬਰ ਨਾਲ ਤਾਂ ਉਹਨਾਂ ਦਾ ਗੁਣਨਫਲ ਕੀ ਹੋਏਗਾ, ਇਰੈਸ਼ਨਲ ਨੰਬਰ। ਔਰ ਜਦੋਂ ਰੈਸ਼ਨਲ ਨੰਬਰ ਨੂੰ ਡਿਵਾਈਡ ਕਰਦੇ ਹਾਂ ਇਰੈਸ਼ਨਲ ਨੰਬਰ ਨਾਲ ਤਾਂ ਇਹਦਾ ਕੀ ਨਿਕਲੇਗਾ ਸਿੱਟਾ, ਇਰੈਸ਼ਨਲ ਨੰਬਰ। ਠੀਕ ਹੈ, ਕਿਵੇਂ, ਐਗਜ਼ਾਮਪਲ ਦੇ ਦਿੰਦਾ, ਜਦੋਂ ਆਪਾਂ 2 × 3 ਨੂੰ ਮਲਟੀਪਲਾਈ ਕਰਦੇ ਹਾਂ, 2 ਕੀ ਹੈ ਰੈਸ਼ਨਲ ਨੰਬਰ ਔਰ 3 ਰੂਟ ਕੀ ਹੈ ਇਰੈਸ਼ਨਲ ਨੰਬਰ, ਕੀ ਆਏਗਾ, ਇਹ ਆਏਗਾ। ਇਹ ਕੀ ਹੈ, ਇੱਕ ਇਰੈਸ਼ਨਲ ਨੰਬਰ ਹੈ। ਐਵੇਂ ਹੀ ਜਦੋਂ ਆਪਾਂ ਡਿਵਾਈਡ ਕਰਦੇ ਹਾਂ, 2 ਨੂੰ ਡਿਵਾਈਡ ਕੀਤਾ √3 ਤੇ ਤਾਂ ਕੀ ਬਣੇਗਾ, ਆ ਜਾਏਗਾ ਨਾ, ਇੱਕ ਮਿੰਟ, ਕੀ ਆ ਜਾਏਗਾ, ਆ ਵਾਲਾ ਆ ਜਾਏਗਾ। ਇਹ ਕੀ ਹੈ, ਇਹ ਵੀ ਇੱਕ ਇਰੈਸ਼ਨਲ ਨੰਬਰ ਹੈ। ਸੋ ਇਹ ਦੋ ਕਥਨ ਨੂੰ ਨੋਟ ਕਰ ਲੈਣਾ, ਇਹਨਾਂ ਨੂੰ ਘੁਮਾ ਫਿਰਾ ਕੇ ਕੁਐਸਚਨ ਪੁੱਛਿਆ ਜਾ ਸਕਦਾ ਪੇਪਰ ਵਿੱਚ। ਸੋ ਹੁਣ ਆਪਾਂ ਗੱਲ ਕਰਦੇ ਹਾਂ ਪਰਿਮੇਯ ਸੰਖਿਆਵਾਂ ਦਾ ਸ਼ਾਂਤ ਦਸ਼ਮਲਵ ਤੱਕ ਪ੍ਰਸਾਰ ਮਤਲਬ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਤੱਕ ਪ੍ਰਸਾਰ, ਔਰ ਦੂਸਰਾ ਹੈ ਅਸ਼ਾਂਤ ਆਵਰਤੀ ਦਸ਼ਮਲਵ ਤੱਕ ਪ੍ਰਸਾਰ ਮਤਲਬ ਨੋਨ ਟਰਮੀਨੇਟਿੰਗ ਰਿਪੀਟਿੰਗ ਤੱਕ ਪ੍ਰਸਾਰ। ਠੀਕ ਹੈ, ਇਹਨਾਂ ਦੇ ਬਾਰੇ ਚਰਚਾ ਕਰਾਂਗੇ। ਮੰਨ ਲਓ ਕਿ ਇੱਕ ਪਰਿਮੇਯ ਸੰਖਿਆ ਹੈ ਜੋ P/Q ਹੈ, ਜਿੱਥੇ Q ਕੀ ਹੈ, ਨੋਟ ਇਕੁਅਲ ਟੂ 0 ਹੈ। ਠੀਕ ਹੈ, ਇਸ ਤੇ ਵਿਚਾਰ ਕਰਾਂਗੇ ਔਰ ਖੋਜਾਂਗੇ ਕਿ P/Q ਦਾ ਦਸ਼ਮਲਵ ਤੱਕ ਪ੍ਰਸਾਰ ਜੋ ਹੈ ਉਹ ਸ਼ਾਂਤ ਹੈ, ਮਤਲਬ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਹੈ ਜਾਂ ਨਹੀਂ। ਠੀਕ ਹੈ, ਇਹ ਆਪਾਂ ਚਰਚਾ ਕਰਕੇ ਦੇਖ ਲੈਂਦੇ ਹਾਂ। ਐਗਜ਼ਾਮਪਲ ਲੈਂਦੇ ਹਾਂ ਇੱਕ, ਫੋਰ ਐਗਜ਼ਾਮਪਲ 0.375 ਹੈ। ਇਹਨੂੰ ਦੇਖਣਾ ਹੈ ਕਿ ਇਹਦਾ ਪ੍ਰਸਾਰ ਜੋ ਹੈ ਉਹ ਸ਼ਾਂਤ ਦਸ਼ਮਲਵ ਤੱਕ ਹੈ ਜਾਂ ਨਹੀਂ। ਇਹਨੂੰ ਆਪਾਂ ਕੀ ਕਰਾਂਗੇ, ਫੈਕਟਰ ਦੇ ਵਿੱਚ ਲਿਖ ਲਾਂਗੇ। ਜਦੋਂ ਆਪਾਂ ਫੈਕਟਰ ਦੇ ਵਿੱਚ ਲਿਖਾਂਗੇ ਤਾਂ ਕੀ ਆ ਜਾਏਗਾ, 375/1000 ਆ ਜਾਏਗਾ। ਇਹਨੂੰ ਅਗਰ ਆਪਾਂ ਇਸ ਤਰ੍ਹਾਂ ਵੀ ਲਿਖ ਲਈਏ ਤਾਂ ਕੀ ਆਏਗਾ, ਸੋਰੀ, ਇਹਨੂੰ ਆਪਾਂ ਅਗਰ 375/1000 ਨੂੰ ਇਸ ਤਰ੍ਹਾਂ ਲਿਖੀਏ ਤਾਂ ਕੀ ਆ ਜਾਏਗਾ, 10 ਦੀ ਪਾਵਰ 3। ਸੋ ਜਦੋਂ ਆਪਾਂ ਇਹਨੂੰ ਸੋਲਵ ਕਰਕੇ ਦੇਖਾਂਗੇ, ਇਹ ਕੀ ਹੈ,
ਇੱਕ ਸ਼ਾਂਤ ਦਸ਼ਮਲਵ ਦੇ ਰੂਪ ਵਿੱਚ ਆਏਗਾ, ਕਿਉਂਕਿ ਸੰਖਿਆ ਵਾਰ-ਵਾਰ ਇਹ ਰਿਪੀਟ ਨਹੀਂ ਹੋਏਗੀ, ਡਾਇਰੈਕਟ ਕੀ ਹੈ ਡਿਵਾਈਡ ਹੋ ਰਿਹਾ ਔਰ ਪੁਆਇੰਟ ਦੇ ਵਿੱਚ ਕੀ ਆ ਰਿਹਾ ਇਸ ਤਰ੍ਹਾਂ ਆ ਰਿਹਾ, ਇਹ ਕੀ ਹੈ ਸ਼ਾਂਤ ਦਸ਼ਮਲਵ ਹੈ। ਠੀਕ ਹੈ, ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, ਜਿਵੇਂ 23,3,4,0,8 ਇਸ ਨੂੰ ਡਿਵਾਈਡ ਕਰਨਾ 100 ਤੇ ਔਰ ਚੈੱਕ ਕਰਨਾ ਕਿ ਇਹ ਸ਼ਾਂਤ ਦਸ਼ਮਲਵ ਹੈ ਜਾਂ ਨਹੀਂ। ਸੋ ਆਪਾਂ ਡਿਵਾਈਡ ਕਰਾਂਗੇ ਤਾਂ ਕੀ ਕਰਾਂਗੇ, ਕੀ ਆ ਜਾਏਗਾ 2334.08, ਕਿਉਂਕਿ ਦੋ ਜ਼ੀਰੋਆਂ ਨੇ, ਦੋ ਅੱਖਰਾਂ ਦੇ ਬਾਅਦ ਕੀ ਹੈ ਡੈਸੀਮਲ ਲਾਤਾ, ਇਹ ਕੀ ਹੈ ਸ਼ਾਂਤ ਦਸ਼ਮਲਵ ਹੈ। ਅਸ਼ਾਂਤ ਦਸ਼ਮਲਵ ਕਦੋਂ ਹੁੰਦਾ, ਅਸ਼ਾਂਤ ਦਸ਼ਮਲਵ ਕਦੋਂ ਹੁੰਦਾ, ਜਦੋਂ ਉਹੀ ਸੰਖਿਆਵਾਂ ਵਾਰ-ਵਾਰ ਰਿਪੀਟ ਹੋਣ। ਫੋਰ ਐਗਜ਼ਾਮਪਲ, ਜਦੋਂ ਆਪਾਂ 10 ਨੂੰ ਡਿਵਾਈਡ ਕਰਨਾ ਹੈ 7 ਤੇ, ਕਰਕੇ ਦੇਖਦੇ ਹਾਂ ਕਿ ਇਹ ਸ਼ਾਂਤ ਹੈ ਜਾਂ ਅਸ਼ਾਂਤ ਹੈ। ਜਦੋਂ 1 ਤੇ ਡਿਵਾਈਡ ਕਰਦੇ ਹਾਂ ਤਾਂ ਕੀ ਹੈ 7 ਆਏਗਾ ਔਰ 3 ਆ ਜਾਏਗਾ, ਪੁਆਇੰਟ ਲਗਾ ਦਿੰਦੇ ਹਾਂ। ਠੀਕ ਹੈ, ਪੁਆਇੰਟ ਲਗਾ ਦਿੰਦੇ ਹਾਂ ਤਾਂ ਕੀ ਹੋ ਜਾਏਗਾ 30 ਆ ਜਾਏਗਾ ਔਰ 4 ਤੇ ਜਾਏਗਾ ਤਾਂ 28 ਆ ਜਾਏਗਾ। ਇੱਥੇ ਕੀ ਹੈ ਪੁਆਇੰਟ ਲੱਗਿਆ ਹੋਇਆ, 2 ਆਏਗਾ ਔਰ 0 ਆ ਜਾਏਗੀ ਕਿਉਂਕਿ ਪੁਆਇੰਟ ਆਪਾਂ ਲਗਾ ਚੁੱਕੇ ਹਾਂ ਪਹਿਲਾਂ। 2 ਤੇ ਜਾਏਗਾ 14 ਆ ਜਾਏਗਾ, 6 ਆ ਜਾਏਗਾ। ਠੀਕ ਹੈ, 60 ਔਰ 56 ਆਏਗਾ 8 ਤੇ ਕਰਨ ਤੇ। ਠੀਕ ਹੈ, ਇਹਨੂੰ ਮੈਂ ਅੱਗੇ ਲਿਖ ਰਿਹਾ, ਇੱਥੇ 4 ਬਾਕੀ ਬਚੇਗਾ, 40 ਕਰ ਲਾਂਗੇ। ਠੀਕ ਹੈ, 5 ਤੇ ਜਾਏਗਾ ਤਾਂ 35 ਆ ਜਾਏਗਾ। ਓਕੇ, 5 ਬਚੇਗਾ, 50 ਆ ਜਾਏਗਾ, 49 ਆ ਗਿਆ। ਠੀਕ ਹੈ, 7 ਤੇ ਜਾਏਗਾ ਤਾਂ 1 0 ਕਿੱਥੋਂ ਸ਼ੁਰੂ ਹੋ ਗਿਆ, ਫਿਰ ਤੋਂ ਇੱਥੋਂ ਹੀ ਸ਼ੁਰੂ ਹੋ ਗਿਆ। ਸੋ ਇਹ ਚੀਜ਼ਾਂ ਕੀ ਹੋਣਗੀਆਂ ਰਿਪੀਟ ਹੋਣਗੀਆਂ। ਜਦੋਂ ਕੀ ਕਰਾਂਗੇ 10 ਤੇ ਕਰਾਂਗੇ ਤਾਂ 1 ਆ ਜਾਏਗਾ। ਠੀਕ ਹੈ, ਫਿਰ ਕੀ ਹੋਏਗਾ 4 ਆ ਜਾਏਗਾ, ਸੇਮ ਚੀਜ਼ਾਂ ਕੀ ਹੈ ਰਿਪੀਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਹ ਕੀ ਹੈ ਅਸ਼ਾਂਤ ਦਸ਼ਮਲਵ ਹੈ, ਨੋਨ ਟਰਮੀਨੇਟਿੰਗ ਐਕਸਪੈਂਸ਼ਨ ਹੈ। ਠੀਕ ਹੈ, ਸੋ ਇਸ ਨੂੰ ਕਹਿੰਦੇ ਆ ਨੋਨ ਟਰਮੀਨੇਟਿੰਗ ਐਕਸਪੈਂਸ਼ਨ। ਸੋ ਇਹੀ ਚੈਪਟਰ ਸੀ, ਇਹਦੇ ਵਿੱਚ ਇੰਨਾ ਹੀ ਸੀ ਕਰਨ ਵਾਲਾ। ਸੋ ਇਹ ਅਗਰ 9 ਦੇ ਮੈਥ ਦੇ ਵਿੱਚ ਕੁਝ ਮਿਲਿਆ ਤਾਂ ਆਪਾਂ ਇਹਦੇ ਕੀ ਹੈ ਕੁਐਸਚਨ ਕਰਾਂਗੇ, ਅਦਰਵਾਈਜ਼ ਇਹ ਚੈਪਟਰ ਕੀ ਹੈ ਪੂਰਾ